हाँ जी डियर स्टूडेंट्स, अज आपां 12वीं जनरल फाउंडेशन कोर्स जमात 12वीं जमात का वोकेशनल का विशा जनरल फाउंडेशन कोर्स उहदा पाठ तीजा पढ़ांगे। पाठ तीजे दे टॉपिक बारे पढ़ांगे। टॉपिक किहड़ा? उद्योगिक विकास लई भारत विच संस्थावां। उद्योगिक विकास लई भारत विच संस्थावां। देखो जिवें पहले पाठ दीयां 4 वीडियोज़ बनियां सी ते दूजे पाठ दीयां 4 वीडियोज़ बनियां सी। ਇਹਦੀਆਂ सिर्फ 2 बननगियां, ਜਿਹਦੇ ਵਿੱਚੋਂ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਪਹਿਲੀ ਵੀਡੀਓ ਜਿਹੜੀ ਅੱਜ ਬਣਾਈ ਆ ਇਹਦੇ ਵਿੱਚ ਤੁਹਾਨੂੰ ਉਦਯੋਗਿਕ ਵਿਕਾਸ ਲਈ ਜਿਹੜੀਆਂ ਸੰਸਥਾਵਾਂ ਭਾਰਤ ਦੇ ਵਿੱਚ ਚੱਲਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਊ ਤੇ ਜਿਹੜੀ ਦੂਜੀ ਵੀਡੀਓ ਹੋਊ ਉਹਦੇ ਵਿੱਚ ਇਹਦੇ ਪ੍ਰਸ਼ਨ ਉੱਤਰ ਸੋਲਵ ਕੀਤੇ ਜਾਣਗੇ। ਠੀਕ ਹੈ, ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਰੂਟੀਨ ਚੱਲ ਰਿਹਾ। ਤੇ ਹੁਣ ਪਹਿਲਾਂ ਟੌਪਿਕ ਬਾਰੇ ਮਾੜਾ ਸਮਝੋ, ਆਪਾਂ ਕਹਿਣਾ ਕੀ ਚਾਹੁੰਦੇ। ਟੌਪਿਕ ਕਾਦੇ ਬਾਰੇ ਆ? ਉਦਯੋਗਿਕ ਵਿਕਾਸ। ਮਤਲਬ ਆਪਾਂ ਇਹ ਚਾਹੁੰਦੇ ਆ ਭਾਰਤ ਦੇਸ਼ ਦੇ ਵਿੱਚ ਵੱਧ ਤੋਂ ਵੱਧ ਉਦਯੋਗਾਂ ਦੀ ਸਥਾਪਨਾ ਹੋਵੇ। ਵੱਧ ਤੋਂ ਵੱਧ ਉਦਯੋਗਾਂ ਦੀ ਸਥਾਪਨਾ ਹੋਵੇ ਤਾਂ ਉਹ ਸਥਾਪਨਾ ਤਾਂ ਹੋਊਗੀ ਜੇਕਰ ਹੈਲਪਫੁਲ ਪ੍ਰੇਰਿਤ ਕਰਨ ਵਾਲੀਆਂ ਸੰਸਥਾਵਾਂ ਦੀ ਮੌਜੂਦਗੀ ਹੋਊਗੀ। ਠੀਕ ਹੈ, ਉਹ ਸੰਸਥਾਵਾਂ ਜਿਹੜੀਆਂ ਸੰਸਥਾਵਾਂ ਦੇਸ਼ ਦੇ ਵਿੱਚ ਉਦਯੋਗ ਨੂੰ ਲਗਾਉਣ ਲਈ, ਉਦਯੋਗ ਦਾ ਵਿਕਾਸ ਕਰਨ ਲਈ ਹੈਲਪ ਕਰਦੀਆਂ ਨੇ। ਉਹ ਹੈਲਪ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ, ਚਾਹੇ ਉਹ ਵਿੱਤੀ ਮਦਦ ਹੋਵੇ, ਚਾਹੇ ਉਹ ਟੈਕਨੀਕਲ ਮਦਦ ਹੋਵੇ, ਠੀਕ ਹੈ, ਚਾਹੇ ਉਹ ਸੈਮੀਨਾਰਾਂ ਰਾਹੀਂ ਦਿੱਤੀ ਗਈ ਮਦਦ ਹੋਵੇ, ਚਾਹੇ ਕਿਸੇ ਵੀ ਕਿਸਮ ਦਾ ਗਿਆਨ ਹੋਵੇ। ਉਹ ਸਾਰੀਆਂ ਸੰਸਥਾਵਾਂ ਜਿਹੜੀਆਂ ਉਦਯੋਗਿਕ ਵਿਕਾਸ ਲਈ ਜਾਣਕਾਰੀ ਦਿੰਦੀਆਂ ਜਾਂ ਹੈਲਪ ਕਰਦੀਆਂ ਜਾਂ ਮਦਦ ਕਰਦੀਆਂ, ਉਹਨਾਂ ਨੂੰ ਆਪਾਂ ਹੈਲਪਫੁਲ ਸੰਸਥਾਵਾਂ ਕਹਿੰਦੇ ਆ ਤੇ ਉਹਨਾਂ ਬਾਰੇ ਅੱਜ ਆਪਾਂ ਪੜਾਂਗੇ। ਠੀਕ ਹੈ, ਇਹ ਹੈਲਪ ਕਿਸ ਢੰਗ ਨਾਲ ਕਰ ਸਕਦੀਆਂ? ਜਿਵੇਂ ਤੁਹਾਨੂੰ ਪਤਾ ਵੀ ਕੋਈ ਬੈਂਕ ਆ, ਬੈਂਕ ਨੇ ਲੋਨ ਦਿੱਤਾ, ਉਦਯੋਗ ਦੇ ਲਈ ਸਬਸਿਡੀ ਭਰਪੂਰ ਲੋਨ ਦਿੱਤਾ, ਤਾਂ ਉਹ ਇੱਕ ਤਰ੍ਹਾਂ ਦੀ ਹੈਲਪ ਹੀ ਆ। ਦੇਖੋ ਜੇ ਬੈਂਕ ਲੋਨ ਹੀ ਨਾ ਦੇਵੇ ਤਾਂ ਉਦਮੀ ਉਦਯੋਗ ਹੀ ਨਾ ਲਗਾ ਸਕੇ। ਠੀਕ ਹੈ, ਤਾਂ ਇਸ ਰੋਟ ਕਈ ਤਰ੍ਹਾਂ ਦੀ ਹੈਲਪ ਦਿੱਤੀ ਜਾਂਦੀ ਹੈ ਵੱਖ-ਵੱਖ ਸੰਸਥਾਵਾਂ ਦੁਆਰਾ। ਬੇਟਾ ਇਸ ਟੌਪਿਕ ਦੇ ਵਿੱਚ ਇੱਕ ਗੱਲ ਦਾ ਖਿਆਲ ਰੱਖਣਾ, ਇਹ ਟੌਪਿਕ ਯਾਦ ਕਰਨ ਵਾਲਾ ਜ਼ਿਆਦਾ, ਕਿਉਂਕਿ ਇਹਦੇ ਵਿੱਚੋਂ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਪ੍ਰਸ਼ਨ ਬਣਦੇ ਨੇ ਫੁੱਲ ਫਾਰਮਸ ਦੇ। ਠੀਕ ਹੈ, ਜਿਹਦੇ ਵਿੱਚ ਆਪਾਂ ਨੂੰ ਸ਼ਾਰਟ ਨੇਮ ਦਿੱਤਾ ਹੋਊਗਾ, ਫੁੱਲ ਨੇਮ ਆਪਾਂ ਲਿਖਣਾ ਹੋਊਗਾ। ਠੀਕ ਹੈ, ਜਿਵੇਂ SBI ਸਟੇਟ ਬੈਂਕ ਆਫ ਇੰਡੀਆ, ਤਾਂ ਉਹ ਚੀਜ਼ਾਂ ਜ਼ਰੂਰ ਯਾਦ ਕਰਨੀਆਂ ਨੇ। ਇਹਨੂੰ ਕਾਪੀ ਤੇ ਨੋਟ ਕਰਿਓ ਜਿਹੜੇ ਮੇਨ ਪੁਆਇੰਟ ਹੋਣਗੇ। ਠੀਕ ਹੈ, ਚਲੋ ਆਪਾਂ ਟਾਈਮ ਨਾ ਖਰਾਬ ਕਰੀਏ, ਆਪਾਂ ਚੱਲਦੇ ਹਾਂ ਵੀਡੀਓ ਤੇ। ਪਹਿਲਾ ਟੌਪਿਕ ਰਾਸ਼ਟਰੀਕ੍ਰਿਤ ਬੈਂਕ। ਦੇਖੋ ਇਹ ਥੋੜਾ ਜਿਹਾ ਵੈਸੀ ਜਨਰਲ ਨੌਲੇਜ ਦਾ ਵੀ ਟੌਪਿਕ ਆ। ਇਹ ਕਿਹੜੇ ਬੈਂਕ ਹੁੰਦੇ ਨੇ? ਜਿਹੜੇ ਸਰਕਾਰ ਦੇ ਅਧੀਨ ਚੱਲ ਰਹੇ ਹੋਣ ਜਾਂ ਸਰਕਾਰ ਦੁਆਰਾ ਅੰਡਰਟੇਕਿੰਗ ਬੈਂਕ ਹੁੰਦੇ ਨੇ। ਮਤਲਬ ਜਿਹੜੇ ਐਂ ਕਹਿ ਲਓ ਸਿੱਧੀ ਭਾਸ਼ਾ ਦੇ ਵਿੱਚ ਵੀ ਜੇ ਆਪਾਂ ਅਨਆਫੀਸ਼ੀਅਲੀ ਲੈਂਗੁਏਜ ਦੇ ਵਿੱਚ ਗੱਲ ਕਰੀਏ ਤਾਂ ਮਾਨਤਾ ਪ੍ਰਾਪਤ ਬੈਂਕ। ਠੀਕ ਹੈ, ਤਾਂ ਇਹ ਰਾਸ਼ਟਰੀਕ੍ਰਿਤ ਬੈਂਕ ਜਿਵੇਂ ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਬਰੋਡਾ, ਇੰਡੀਅਨ ਬੈਂਕ, ਇਹ ਸਾਰੇ ਕੀ ਨੇ? ਰਾਸ਼ਟਰੀਕ੍ਰਿਤ ਬੈਂਕ ਨੇ। ਠੀਕ ਹੈ, ਭਾਰਤ ਵਿੱਚ ਪਹਿਲੀ ਵਾਰ ਰਾਸ਼ਟਰੀਕ੍ਰਿਤ ਬੈਂਕ ਕਦੋਂ ਹੋਂਦ ਦੇ ਵਿੱਚ ਆਇਆ? 19 ਜੁਲਾਈ 1969 ਨੂੰ। ਇਹ ਆਪਦੀ ਕਾਪੀ ਦੇ ਵਿੱਚ ਨੋਟ ਕਰ ਲਓ, ਇਹ ਪ੍ਰਸ਼ਨ ਬਣ ਸਕਦਾ। ਠੀਕ ਹੈ, ਜੋ ਪਹਿਲਾ ਪ੍ਰਾਈਵੇਟ ਸੈਕਟਰ ਬੈਂਕ ਇੰਪੀਰੀਅਲ ਬੈਂਕ ਆਫ ਇੰਡੀਆ ਸੀ। ਮਤਲਬ ਪਹਿਲਾਂ ਇੱਕ ਪ੍ਰਾਈਵੇਟ ਬੈਂਕ ਚੱਲਦਾ ਸੀ 19 ਜੁਲਾਈ 1969 ਤੋਂ ਪਹਿਲਾਂ। ਠੀਕ ਹੈ, ਪ੍ਰਾਈਵੇਟ ਬੈਂਕ ਨੂੰ ਰਾਸ਼ਟਰੀਕ੍ਰਿਤ ਕਰਕੇ ਭਾਰਤੀ ਸਟੇਟ ਬੈਂਕ, ਮਤਲਬ ਜਿਹੜਾ ਤੁਸੀਂ ਸਟੇਟ ਬੈਂਕ ਆਫ ਇੰਡੀਆ ਜਿਹਦੇ ਬ੍ਰਾਂਚਾਂ ਬਹੁਤ ਜ਼ਿਆਦਾ ਨੇ, ਠੀਕ ਹੈ, ਉਹ ਬੈਂਕ ਬਣਾ ਦਿੱਤਾ ਗਿਆ। ਤਾਂ ਮਤਲਬ ਰਾਸ਼ਟਰੀਕ੍ਰਿਤ ਬੈਂਕ ਕਿਹੜੇ ਹੋ ਗਏ? ਜਿਹੜੇ ਸਰਕਾਰ ਦੇ ਅਧੀਨ ਚੱਲ ਰਹੇ ਨੇ ਜਾਂ ਸਰਕਾਰ ਦੁਆਰਾ ਅੰਡਰਟੇਕਿੰਗ ਨੇ। ਠੀਕ ਹੈ, ਭਾਰਤ ਵਿੱਚ ਪਹਿਲਾਂ ਚੱਲ ਰਹੇ ਪ੍ਰਾਈਵੇਟ ਬੈਂਕਾਂ ਨੂੰ ਰਾਸ਼ਟਰੀਕਰਨ ਐਕਟ ਦੇ ਅਧੀਨ, ਸਮਝੋ ਗੱਲ ਨੂੰ, ਪਹਿਲਾਂ ਪ੍ਰਾਈਵੇਟ ਬੈਂਕ ਚੱਲ ਰਹੇ ਸੀ, ਫਿਰ ਦੇਸ਼ ਦੇ ਵਿੱਚ ਇੱਕ ਰਾਸ਼ਟਰੀਕਰਨ ਐਕਟ ਲਾਗੂ ਹੋਇਆ ਜਿਹਦੇ ਅਧੀਨ ਇਹਨਾਂ ਨੂੰ ਪਬਲਿਕ ਸੈਕਟਰ, ਮਤਲਬ ਆਪਾਂ ਸਰਕਾਰੀ ਵੀ ਕਹਿ ਦਿੰਦੇ ਹਾਂ, ਬੈਂਕਾਂ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ। ਠੀਕ ਹੈ, ਤੇ ਰਾਸ਼ਟਰੀਕ੍ਰਿਤ ਬੈਂਕ ਉਸ ਤੋਂ ਬਾਅਦ ਹੋਂਦ ਦੇ ਵਿੱਚ ਆਏ। ਮਤਲਬ ਕਿਹੜੇ ਐਕਟ ਦੇ ਅਧੀਨ ਹੋਂਦ ਦੇ ਵਿੱਚ ਆਏ? ਇਹ ਵੀ ਨੋਟ ਕਰ ਲਓ, ਰਾਸ਼ਟਰੀਕਰਨ ਐਕਟ। ਠੀਕ ਹੈ, ਇਸ ਐਕਟ ਦੇ ਅਧੀਨ ਰਾਸ਼ਟਰੀਕ੍ਰਿਤ ਬੈਂਕ ਹੋਂਦ ਦੇ ਵਿੱਚ ਆਏ। ਇਹ ਆਪਣੇ ਆਮ ਬੈਂਕ ਨੇ ਜਿਨ੍ਹਾਂ ਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਸਰਕਾਰੀ ਬੈਂਕ ਕਹਿ ਦਿੰਦੇ ਆ। ਠੀਕ ਹੈ, ਉਹ ਬੈਂਕ ਰਾਸ਼ਟਰੀਕ੍ਰਿਤ ਬੈਂਕ ਹੁੰਦੇ ਨੇ, ਜਿਵੇਂ ਸਟੇਟ ਬੈਂਕ ਆਫ ਇੰਡੀਆ। ਠੀਕ ਹੈ, ਬੈਂਕ ਆਫ ਇੰਡੀਆ ਕੱਲਾ ਬੈਂਕ ਆਫ ਇੰਡੀਆ, ਦੇਖੋ ਇੱਕ ਤਾਂ ਸਟੇਟ ਬੈਂਕ ਆਫ ਇੰਡੀਆ, ਇੱਕ ਬੈਂਕ ਆਫ ਇੰਡੀਆ, ਇੱਕ ਇੰਡੀਅਨ ਬੈਂਕ, ਇਲਾਹਾਬਾਦ ਬੈਂਕ, ਓਰੀਐਂਟਲ ਬੈਂਕ ਆਫ ਕਮਰਸ, ਸੈਂਟਰਲ ਬੈਂਕ ਆਫ ਇੰਡੀਆ,
ठीक है। बड़ी गिनती च बैंक ने ਜਿਹੜੇ ਰਾਸ਼ਟਰੀਕ੍ਰਿਤ बैंक ने, ठीक है। ਕਈ ਬੈਂਕ ਅੱਜ ਕੱਲ ਮਰਜ ਵੀ ਹੋ ਚੁੱਕੇ ਨੇ। ਕਈ ਬੈਂਕ ਜਿਵੇਂ ਸਟੇਟ ਬੈਂਕ ਆਫ ਪਟਿਆਲਾ ਚੱਲਦਾ ਸੀ ਪਹਿਲਾਂ ਆਪਣੇ ਪੰਜਾਬ ਦੇ ਵਿੱਚ, ਉਹ ਮਰਜ ਹੋ ਕੇ ਕਾਹਦੇ ਵਿੱਚ ਚਲਿਆ ਗਿਆ, ਸਟੇਟ ਬੈਂਕ ਆਫ ਇੰਡੀਆ ਦੇ ਵਿੱਚ। ਤਾਂ ਕਰਕੇ ਰਾਸ਼ਟਰੀਕ੍ਰਿਤ ਬੈਂਕਾਂ ਦੀ ਗਿਣਤੀ ਘਟ ਗਈ ਮਤਲਬ ਮਰਜ ਹੋ ਗਏ, ਗਿਣਤੀ ਘਟ ਗਈ, ਠੀਕ ਹੈ। ਇਹ ਸੀਗੇ ਰਾਸ਼ਟਰੀਕ੍ਰਿਤ ਬੈਂਕ। ਦੂਜਾ ਹੁੰਦਾ ਆਪਣੇ ਕੋਲ ਵਪਾਰਿਕ ਬੈਂਕ। ਵਪਾਰਿਕ ਨਾਮ ਤੋਂ ਪਤਾ ਚੱਲਦਾ ਜਿਹੜੇ ਵਪਾਰ ਕਰਦੇ ਨੇ, ਮਤਲਬ ਇਹ ਇੱਕ ਤਰ੍ਹਾਂ ਦੇ ਵਿੱਤੀ ਸੰਸਥਾਨ ਹੁੰਦੇ ਨੇ। ਵਿੱਤੀ ਮਤਲਬ ਪੈਸੇ ਨਾਲ ਸੰਬੰਧਿਤ ਸੰਸਥਾਨਾਂ। ਦੇਖੋ ਲਿਖਿਆ ਹੋਇਆ ਵਿੱਤੀ ਸੰਸਥਾਨ ਹੁੰਦੇ ਹਨ ਜੋ ਨਿਵੇਸ਼ ਪ੍ਰੋਡਕਟ ਜਿਵੇਂ ਬਚਤ ਖਾਤਾ, ਨਿਵੇਸ਼ ਮਤਲਬ ਇਨਵੈਸਟਮੈਂਟ, ਵੀ ਤੁਹਾਡਾ ਪੈਸਾ ਕਿਤੇ ਨਾ ਕਿਤੇ ਲਗਵਾਉਂਦੇ ਨੇ। ਉਹ ਪੈਸਾ ਲਗਵਾਉਣ ਲਈ ਵੀ ਤੁਸੀਂ ਗ੍ਰਾਹਕ ਹੋ, ਤੁਹਾਡਾ ਪੈਸਾ ਨਿਵੇਸ਼ ਕਰਾਉਣਾ, ਤਾਂ ਕਰਕੇ ਇਹਨਾਂ ਬੈਂਕਾਂ ਦੁਆਰਾ ਨਿਵੇਸ਼ ਪ੍ਰੋਡਕਟ ਜਾਰੀ ਕੀਤੇ ਜਾਂਦੇ ਨੇ। ਮਤਲਬ ਅਜਿਹੇ ਪ੍ਰੋਡਕਟ ਦਿੱਤੇ ਜਾਂਦੇ ਨੇ ਜਿਹਦੇ ਵਿੱਚ ਆਪਾਂ ਨਿਵੇਸ਼ ਕਰ ਸਕੀਏ। ਅਜਿਹੇ ਪ੍ਰੋਡਕਟ ਮੀਨਸ बचत खाता, सेविंग अकाउंट दिंदे ने। पहला प्रोडक्ट तुहानूं कोई भी बैंक सेविंग अकाउंट की सहूलत दिंदा जिहदे विच तुसीं आपदा पैसा रख सकदे हो, मतलब निवेश कर सकदे हो। चालू खाते की सहूलत दिंदा, ठीक है। आदि दी सेवा लोकां अते संस्थावां नूं प्रदान करदे होए उन्हां कोलों पैसा डिपॉजिट करवाउंदे ने। मतलब निवेश प्रोडक्ट जिवें बचत खाता हो गया, चालू खाता हो गया, ये सेवावां दे के लोकां दे पैसे नूं अपने कोल डिपॉजिट करवाउंदे ने, ठीक है। ਅਤੇ ਲੋਕਾਂ ਤੇ ਸੰਸਥਾਵਾਂ ਨੂੰ ਉਹਨਾਂ ਹੋਰ ਲੋਕਾਂ ਨੂੰ ਜਾਂ ਉਹਨਾਂ ਹੀ ਲੋਕਾਂ ਨੂੰ ਜਿਨ੍ਹਾਂ ਦਾ ਪੈਸਾ ਡਿਪੋਜ਼ਿਟ ਪਿਆਗਾ, ਠੀਕ ਹੈ, ਜਮ੍ਹਾਂ ਪਿਆਗਾ ਖਾਤੇ ਦੇ ਵਿੱਚ, ਬੈਂਕ ਦੇ ਵਿੱਚ, ਉਹਨਾਂ ਨੂੰ ਲੋੜ ਪੈਣ ਤੇ ਲਾਭ ਦੇ ਉਦੇਸ਼ ਤੋਂ ਲੋਨ ਪ੍ਰਦਾਨ ਕਰਦੇ ਨੇ। ਦੇਖੋ ਇਹ ਥੋੜਾ ਜਿਹਾ ਸਮਝਣ ਵਾਲੀ ਗੱਲ ਹੈ, ਟੈਕਨੀਕਲ ਗੱਲ ਆ। ਦੇਖੋ ਕੀ ਹੁੰਦੇ ਨੇ ਵਪਾਰਿਕ ਬੈਂਕ, ਤੁਸੀਂ ਬੈਂਕ ਦੇ ਵਿੱਚ ਜਾ ਕੇ ਪੈਸਾ ਜਮ੍ਹਾਂ ਕਰਾਉਂਦੇ ਹੋ। ਆਪਦਾ ਇੱਕ ਵਿਅਕਤੀ ਬੈਂਕ ਦੇ ਵਿੱਚ ਜਾ ਕੇ ਪੈਸਾ ਜਮ੍ਹਾਂ ਕਰਾਉਂਦਾ ਤਾਂ ਉਹਦੇ ਤੇ ਵਿਅਕਤੀ ਨੂੰ ਵਿਆਜ ਮਿਲਦਾ। ਵਿਆਜ ਦਰ ਅਲੱਗ-ਅਲੱਗ ਹੋ ਸਕਦੀ ਆ। ਤੇ ਹੁਣ ਕਿਸੇ ਹੋਰ ਦੂਜੇ ਵਿਅਕਤੀ ਨੂੰ ਉਸੇ ਬੈਂਕ ਤੋਂ ਪੈਸੇ ਦੀ ਲੋੜ ਪੈ ਗਈ, ਲੈਣ ਦੀ ਲੋੜ ਪੈ ਗਈ, ਮਤਲਬ ਲੋਨ ਲੈਣਾ ਪੈ ਗਿਆ, ਤਾਂ ਉਹੀ ਪੈਸਾ ਬੈਂਕ ਲੋਨ ਦੇ ਰੂਪ ਦੇ ਵਿੱਚ ਦੂਜੇ ਵਿਅਕਤੀ ਨੂੰ ਦੇ ਦਿੰਦਾ ਤੇ ਉਹ ਤੋਂ ਵਿਆਜ ਵੱਧ ਲੈਂਦਾ, ਠੀਕ ਹੈ। ਤਾਂ ਜਿਹੜਾ ਵਿਆਜ ਦਾ ਫਰਕ ਪੈ ਗਿਆ, ਤੁਹਾਨੂੰ ਵਿਆਜ ਘੱਟ ਦਿੱਤਾ ਪੈਸੇ ਤੇ, ਦੂਜੇ ਵਿਅਕਤੀ ਤੋਂ ਵਿਆਜ ਵੱਧ ਲੈ ਲਿਆ ਪੈਸੇ ਤੇ, ਤਾਂ ਇਹੀ ਆਮਦਨ ਹੁੰਦੀ ਆ ਬੈਂਕ ਦੀ। ਤੇ ਇਸੇ ਉਦੇਸ਼ ਨੂੰ, ਇਸੇ ਲਾਭ ਦੇ ਉਦੇਸ਼ ਨੂੰ ਲੋਨ ਪ੍ਰਦਾਨ ਕਰਦੇ ਨੇ ਬੈਂਕ, ਠੀਕ ਹੈ। ਆਮ ਸ਼ਬਦਾਂ ਵਿੱਚ ਇਹਨਾਂ ਸੰਸਥਾਵਾਂ ਵਿੱਚ ਪੈਸਾ ਜਮ੍ਹਾਂ ਕਰਵਾਉਣਾ ਅਤੇ ਲੋਨ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ। ਦੇਖਿਓ ਸੁਣਿਆ ਹੀ ਹੈ ਤੁਸੀਂ, ਬੈਂਕਾਂ ਦੇ ਵਿੱਚ ਆਪਣਾ ਪੈਸਾ ਵੀ ਜਮ੍ਹਾਂ ਹੁੰਦਾ ਤੇ ਲੋਨ ਵੀ ਦਿੱਤਾ ਜਾਂਦਾ। ਇਹ ਬੈਂਕ ਗ੍ਰਾਹਕ ਕੋਲ ਡਿਪੋਜ਼ਿਟ ਉੱਪਰ ਘੱਟ ਵਿਆਜ ਦਿੰਦੇ ਹਨ। ਮੈਂ ਤੁਹਾਨੂੰ ਦੱਸ ਚੁੱਕਿਆ, ਡਿਪੋਜ਼ਿਟ ਮਤਲਬ ਪੈਸਾ ਜਮ੍ਹਾਂ ਹੋਣਾ, ਇਹਦੇ ਉੱਪਰ ਵਿਆਜ ਘੱਟ ਦਿੰਦੇ ਨੇ ਤੇ ਲੋਨ ਤੇ ਵਿਆਜ ਜ਼ਿਆਦਾ ਵਸੂਲਦੇ ਨੇ, ਠੀਕ ਹੈ, ਜਿਹਦੇ ਨਾਲ ਲਾਭ ਕਮਾਉਂਦੇ ਨੇ। ਇਹ ਸੀਗਾ ਬੈਂਕ, ਵਪਾਰਿਕ ਬੈਂਕ ਹੁੰਦਾ ਕੀ ਆ। ਹੁਣ ਦੇਖੋ ਆਪਾਂ ਅਸਲੀ ਟੌਪਿਕ ਤੇ ਚੱਲਦੇ ਹਾਂ। ਉਦਮਤਾ ਵਿਕਾਸ ਲਈ ਏਜੰਸੀਆਂ ਅਤੇ ਸੰਸਥਾਵਾਂ ਦਾ ਰੋਲ। ਮਤਲਬ ਕਿਹੜੀਆਂ ਏਜੰਸੀਆਂ ਜਾਂ ਕਿਹੜੀਆਂ ਸੰਸਥਾਵਾਂ ਅਜਿਹੀਆਂ ਨੇ ਜੋ ਉਦਮਤਾ ਵਿਕਾਸ ਦੇ ਵਿੱਚ ਆਪਦਾ ਯੋਗਦਾਨ ਦੇ ਰਹੀਆਂ ਨੇ, ਜੋ ਉਦਮਤਾ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਦੇ ਰਹੀਆਂ ਨੇ, ਠੀਕ ਹੈ। ਤਾਂ ਦੇਖੋ ਪਹਿਲਾਂ ਥੋੜੀ ਜਿਹੀ ਲਾਈਨ ਪੜੋ। ਭਾਰਤ ਵਿੱਚ ਉਦਮਤਾ ਵਿਕਾਸ ਲਈ ਰਾਸ਼ਟਰੀਕ੍ਰਿਤ ਬੈਂਕ ਅਤੇ ਕੇਂਦਰੀ ਅਤੇ ਰਾਜ ਸਰਕਾਰ ਦੁਆਰਾ ਸਥਾਪਿਤ ਮੁੱਖ ਸੰਸਥਾਵਾਂ ਦਾ ਅਹਿਮ ਰੋਲ ਹੈ। ਮਤਲਬ ਪਹਿਲੀ ਗੱਲ ਤਾਂ ਉਹਦੇ ਕੀ ਸਿੱਖਣ ਨੂੰ ਮਿਲਿਆ, ਰਾਸ਼ਟਰੀਕ੍ਰਿਤ ਬੈਂਕ ਵੀ ਨੇ ਉਹਨਾਂ ਸੰਸਥਾਵਾਂ 'ਚ ਸ਼ਾਮਿਲ ਨੇ। ਕੇਂਦਰੀ ਅਤੇ ਰਾਜ ਸਰਕਾਰ, ਕੇਂਦਰ ਦੁਆਰਾ ਸਥਾਪਿਤ ਵੀ ਸੰਸਥਾਵਾਂ ਨੇ, ਰਾਜ ਸਰਕਾਰ ਦੁਆਰਾ ਵੀ ਸਥਾਪਿਤ ਸੰਸਥਾਵਾਂ ਨੇ, ਠੀਕ ਹੈ। ਤਿੰਨ ਕਿਸਮ ਦੀਆਂ ਸੰਸਥਾਵਾਂ ਨੇ ਜਿਹੜੀਆਂ ਮਿਲ ਕੇ ਉਦਮਤਾ ਵਿਕਾਸ ਦੇ ਵਿੱਚ ਯੋਗਦਾਨ ਦਿੰਦੀਆਂ ਨੇ। ਕਿਵੇਂ ਯੋਗਦਾਨ ਦਿੰਦੀਆਂ ਨੇ? ਇਹ ਦੇਖੋ, ਲੋਨ ਦੇ ਦਿੰਦੀਆਂ ਨੇ ਉਦਮੀ ਨੂੰ, ਐਡਵਾਂਸ ਦੇ ਰੂਪ ਚ ਪੈਸਾ ਦੇ ਦਿੰਦੀਆਂ ਨੇ, ਆਯਾਤ ਕਾਰਜਾਂ ਦੇ ਵਿੱਚ ਮਦਦ ਕਰਦੀਆਂ ਨੇ। ਬਾਕੀ ਵਿਸਤਾਰ ਦੇ ਵਿੱਚ ਆਪਾਂ ਪੜ੍ਹਦੇ ਹਾਂ, ਠੀਕ ਹੈ। ਚਲੋ ਪਹਿਲੀ ਸੰਸਥਾ ਕਿਹੜੀ ਹੈ? ਸਟੇਟ ਬੈਂਕ ਆਫ ਇੰਡੀਆ, ਭਾਰਤੀ ਸਟੇਟ ਬੈਂਕ ਵੀ ਆਪਾਂ ਕਹਿੰਦੇ ਹਾਂ ਇਹਨੂੰ। ਇਹਦੀਆਂ ਬ੍ਰਾਂਚਾਂ ਬਹੁਤ ਜ਼ਿਆਦਾ ਨੇ ਇਸ ਬੈਂਕ ਦੀਆਂ, ਇਸ ਸੰਸਥਾ ਦੀਆਂ, ਤਾਂ ਕਰਕੇ ਇਹ ਲੋਕਾਂ ਨੂੰ ਸੇਵਾਵਾਂ ਬਹੁਤ ਆਸਾਨੀ ਨਾਲ ਪ੍ਰਦਾਨ ਕਰ ਰਿਹਾ ਬੈਂਕ। ਭਾਰਤੀ ਸਟੇਟ ਬੈਂਕ ਦੁਆਰਾ ਪਹਿਲੀ ਵਾਰ ਅਪ੍ਰੈਲ 1956, ਕਦੋਂ? ਅਪ੍ਰੈਲ 1956 ਵਿੱਚ ਪਾਇਲਟ ਸਕੀਮ, ਕਿਹੜੀ ਸਕੀਮ? ਪਾਇਲਟ ਸਕੀਮ ਦੇ ਨਾਲ ਲਘੂ ਉਦਯੋਗਾਂ ਲਈ ਵਿੱਤੀ ਸਹਾਇਤਾ ਦੀ ਸ਼ੁਰੂਆਤ ਕੀਤੀ ਗਈ ਸੀ। ਯਾਦ ਰੱਖਣਾ, ਮਤਲਬ ਅੱਜ ਕੱਲ੍ਹ ਤਾਂ ਲਘੂ ਉਦਯੋਗਾਂ ਦੀ ਹੈਲਪ ਲਈ ਬਹੁਤ ਕੁਝ ਕਰ ਹੀ ਰਹੀਆਂ ਨੇ ਬੈਂਕਾਂ, ਪਰ ਇੱਕ ਨੰਬਰ ਦਾ ਕੁਐਸਚਨ ਬਣ ਸਕਦਾ ਵੀ ਪਾਇਲਟ ਸਕੀਮ ਦੇ ਅਧੀਨ ਸ਼ੁਰੂਆਤ ਕੀਤੀ ਗਈ ਸੀ 1956 ਦੇ ਵਿੱਚ, ਜਦੋਂ ਪਹਿਲੀ ਵਾਰ ਲਘੂ ਉਦਯੋਗਾਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ ਬੈਂਕ ਨੇ। ਕਿਹੜੀ ਸਕੀਮ ਚੱਲੀ ਸੀ? ਪਾਇਲਟ ਸਕੀਮ।
जो स्कीम की सुविधा 9 ब्रांचों तो शुरू की गई सी। 9 ब्रांचा मतलब 9 बैंक, 9 जगह ते जिहड़े बैंक ने SBI दे, स्टेट बैंक ऑफ इंडिया दे, उन्हां तो शुरू की गई सी। उस समय तो लैके अज तक इस बैंक द्वारा वड्डी गिनती स्कीमां राहीं उद्योग के वाधे लई निरंतर रूप विच वित्ती सहायता उदों बाद तो लैके हुण तक दा बड़ी मदद चल रही है उद्योगां दे विकास लई। ठीक है, इस बैंक द्वारा स्थाई पूंजी, अस्थाई पूंजी, खेतीबाड़ी जां होर वड्डी गिनती कारजां लई किहड़ी-किहड़ी स्थाई पूंजी, आपां फैक्टरी लगाउने आ उहदे च स्थाई पूंजी मतलब जमीन लैण लई, मतलब मशीनां लिआउण लई जिहड़ी छेती-छेती खत्म नहीं हुंदी पूंजी। अस्थाई पूंजी जिवें कच्चा माल खरीदण लई, ठीक है, खेतीबाड़ी प्रोडक्टां लई, ਇਹ ਸਾਰੇ ਕਾਸੇ ਲਈ बैंक लोन के रूप ਦੇ पैसा ਦਿੰਦੀ है। ठीक है, शर्तां अलग-अलग ने, हरेक बैंक ਦੀਆਂ अलग शर्तां ने, ਸਮੇਂ-ਸਮੇਂ ਤੇ ਬਦਲਦੀਆਂ ਰਹਿੰਦੀਆਂ ਨੇ। ਉਹ ਜਦੋਂ ਤੁਸੀਂ ਪ੍ਰੈਕਟੀਕਲੀ ਲੋਨ ਲੈਣਾ ਤਾਂ ਉਦੋਂ ਮੌਕੇ ਤੇ ਜਿਹੜੀਆਂ ਸ਼ਰਤਾਂ ਚਾਲੂ ਹੋਣਗੀਆਂ ਉਹੀ ਮੰਨੀਆਂ ਜਾਣਗੀਆਂ। ਠੀਕ ਹੈ, ਕਿਸ ਕਿਸਮ ਦਾ ਲੋਨ ਦਿੰਦੀ ਹੈ ਜਾਂ ਕਿਸ ਕਿਸਮ ਦੀ ਹੈਲਪ ਕਰਦੀ ਹੈ? ਕਾਰਜਸ਼ੀਲ ਪੂੰਜੀ ਲੋਨ ਮੈਂ ਤੁਹਾਨੂੰ ਦੱਸ ਚੁੱਕਿਆ, ਅਸਥਾਈ ਮਤਲਬ ਵਰਕਿੰਗ ਪੂੰਜੀ, ਵਰਕਿੰਗ ਕੈਪੀਟਲ ਮਤਲਬ ਜਿਹੜੀ ਜਿਵੇਂ ਆਪਾਂ ਕੱਚਾ ਮਾਲ ਖਰੀਦਣਾ, ठीक है, तो वर्किंग कैपिटल आ, क्यों? क्योंकि वो कुछ देर बाद खत्म हो जानी है, वो स्थाई नहीं होंगी। जिवें मशीन आ वो सालां बद्धी चलती है, उन्होंने आपां अस्थाई पूंजी कहने आ, सॉरी स्थाई पूंजी तो कहने मशीन नूं, कच्चे माल नूं आपां कहने कार्यशील पूंजी। ठीक है, इन्हां लई लोन देना। फसल करजा, फसल लई करजे देने, खेतीबाड़ी म्यादी करजे। एक म्यादी शब्द आउंदा, उहदा पीरियोडिकल मतलब कुछ समय लई ब्याज देना, ब्याज ते करजा देना। जमीन विकास स्कीमां, जमीन दे विकास लई स्कीमां। फार्म मैकेनाइजेशन स्कीम, ਇਹਦਾ मतलब की आ खेतीबाड़ी ਦੇ ਵਿੱਚ ਸੰਦਾਂ ਲਈ, ਮਸ਼ੀਨਾਂ ਲਈ ਕਰਜ਼ਾ ਦੇਣਾ। ਹਾਰਟੀਕਲਚਰ, ਠੀਕ ਹੈ, ਪੌਦੇ ਲਗਾਉਣ ਲਈ ਜਾਂ ਨਰਸਰੀ ਖੋਲਣ ਲਈ, ਇਹਨਾਂ ਚੀਜ਼ਾਂ ਲਈ ਕਰਜ਼ਾ ਦੇਣਾ। ਠੀਕ ਹੈ, ਇਹ ਸੀਗੀ ਸਟੇਟ ਬੈਂਕ ਆਫ ਇੰਡੀਆ। ਵੈਸੇ ਮੈਂ ਤੁਹਾਨੂੰ ਦੱਸਦਾ ਬੇਟਾ ਸਾਰੀਆਂ ਸੰਸਥਾਵਾਂ ਦਾ, ਸਾਰੀਆਂ ਬੈਂਕਾਂ ਦਾ ਮੋਸਟਲੀ ਰੋਲ ਇੱਕੋ ਜਿਹਾ ਹੀ ਆ। ਠੀਕ ਹੈ, ਮੋਸਟਲੀ क्यों? क्योंकि वही करजे ने आपदियां ते स्कीमां ने, पर दिंदियां ते करजा उसे कम्मां लई ने ना। ठीक है, इसलिए मोस्टली सेम ने, सेवावां सेम ने, बस बैंकां दे नाम याद होने चाहिए ने, संस्थावां दे नाम याद होने चाहिए ने। दूजा आ गया पंजाब नैशनल बैंक, ये भी तुसीं सुनिया होएगा। पंजाब नैशनल बैंक एक वपारिक बैंक है जो बैंकिंग ਅਤੇ ਵਿੱਤੀ ਸੇਵਾਵਾਂ प्रदान करता। बैंकिंग जिवें डिपॉजिट हो गया, ਵਿੱਤੀ ਸੇਵਾਵਾਂ जिवें लोन देना हो गया। ਇਹ ਇਸ ਦੀ ਸ਼ੁਰੂਆਤ ਭਾਰਤ ਸਰਕਾਰ ਦੁਆਰਾ ਕੀਤੀ ਗਈ ਹੈ ਤੇ ਇਹਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿਖੇ ਹੈ। ਕਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੋਟ ਕਰੋ। ਉਦਯੋਗਿਕ ਇਕਾਈ ਦੀ ਸਥਾਪਨਾ ਲਈ ਲੋਨ, ਤੁਸੀਂ ਉਦਯੋਗ ਲਗਾਉਣਾ, ਸਥਾਪਨਾ ਕਰਨੀ ਆ, ਲੋਨ ਮਿਲੂਗਾ। ਵਿਦਿਆਰਥੀ ਲਈ ਲੋਨ ਸੁਵਿਧਾ, ਪੜ੍ਹਾਈ ਕਰਨੀ ਆ, ਲੋਨ ਮਿਲੂਗਾ। ਜ਼ਮੀਨ ਵਿਕਾਸ ਸਕੀਮਾਂ ਮਤਲਬ ਜ਼ਮੀਨ ਨੂੰ ਡਿਵੈਲਪ ਕਰਨ ਲਈ ਸਕੀਮਾਂ। ਫਸਲ ਕਰਜ਼ੇ ਉਹ ਪਹਿਲਾਂ ਵੀ ਆ ਚੁੱਕਿਆ। ਕਾਰਜਸ਼ੀਲ ਪੂੰਜੀ ਲੋਨ ਪਹਿਲਾਂ ਵੀ ਆ ਚੁੱਕਿਆ। ਵਪਾਰ ਦੀ ਸ਼ੁਰੂਆਤ ਲਈ ਲੋਨ, ਇਹ ਵੀ ਨਵਾਂ ਮਤਲਬ ਵਪਾਰ ਦੀ ਸ਼ੁਰੂਆਤ ਕਰਨੀ ਹੈ ਤਾਂ ਉਹੀ ਮੈਂ ਤੁਹਾਨੂੰ ਦੱਸ ਚੁੱਕਿਆ। ਹਰੇਕ ਬੈਂਕ ਦੀਆਂ ਕੰਡੀਸ਼ਨਸ ਆਪੋ ਆਪਣੀਆਂ ਨੇ। ਇਸੇ ਤਰ੍ਹਾਂ ਹੀ ਸਾਰੇ ਲਗਭਗ ਨੈਸ਼ਨਲਾਈਜ਼ਡ ਬੈਂਕ ਹੈਲਪ ਕਰਦੇ ਨੇ ਉਦਯੋਗਿਕ ਵਿਕਾਸ ਦੇ ਲਈ, ਲੋਨ ਦੇਣ ਦੇ ਲਈ, ਮਸ਼ੀਨਰੀ ਤੇ ਲੋਨ, ਕਾਰਜਸ਼ੀਲ ਪੂੰਜੀ ਤੇ ਲੋਨ। ਜਿਵੇਂ ਮੈਂ ਕੁਝ ਕੁ ਲਿਖਤੇ ਬੈਂਕ ਆਫ ਬਰੋਡਾ, ਓਰੀਐਂਟਲ ਬੈਂਕ ਆਫ ਕਮਰਸ, ਸੈਂਟਰਲ ਬੈਂਕ ਆਫ ਇੰਡੀਆ, ਹੋਰ ਕਈ ਬੈਂਕ ਨੇ ਜਿਹੜੇ ਵੱਖ-ਵੱਖ ਸਕੀਮਾਂ ਦੇ ਤਹਿਤ ਮਦਦ ਕਰਦੇ ਨੇ। ਇਹ ਸੀਗੇ ਬੈਂਕ। ਬੈਂਕ ਜੇ ਨਾ ਹੋਣ ਤਾਂ ਲੋਨ ਹੀ ਨਾ ਮਿਲੇ। ਜੇ ਲੋਨ ਨਾ ਮਿਲੂਗਾ ਤਾਂ ਵਿਅਕਤੀ ਉਦਯੋਗ ਦੀ ਸ਼ੁਰੂਆਤ ਕਿਵੇਂ ਕਰੂਗਾ? ਕਿਉਂਕਿ ਹਰੇਕ ਕੋਲ ਤਾਂ ਇੰਨਾ ਪੈਸਾ ਵੀ ਨਹੀਂ ਹੁੰਦਾ। ਠੀਕ ਹੈ, ਇਸ ਲਈ ਇਹ ਕੀ ਸੀ ਬੈਂਕਾਂ ਦਾ ਰੋਲ। ਹੁਣ ਆਪਾਂ ਚੱਲਦੇ ਹਾਂ ਅਗਲੇ ਟੌਪਿਕ ਤੇ। ਤੀਜਾ, ਲਘੂ ਉਦਯੋਗਿਕ ਵਿਕਾਸ ਸੰਸਥਾ। ਲਘੂ ਉਦਯੋਗਿਕ ਵਿਕਾਸ, ਸਮਾਲ ਇੰਡਸਟਰੀਅਲ ਡਿਵੈਲਪਮੈਂਟ ਆਰਗੇਨਾਈਜੇਸ਼ਨ, ਇਹਨੂੰ ਸਿਡੋ ਬੋਲਦੇ ਆ, ਸਿਡੋ ਸ਼ਾਰਟ ਦੇ ਵਿੱਚ। ਹੁਣ ਦੇਖੋ ਪਹਿਲਾ ਕੁਐਸਚਨ ਇਹ ਯਾਦ ਰੱਖਣਾ, ਵਟ ਇਜ਼ ਸਿਡੋ ਮਤਲਬ ਫੁੱਲ ਫਾਰਮ ਕੀ ਹੈ ਸਿਡੋ ਦੀ? स्मॉल इंडस्ट्रीज डेवलपमेंट ऑर्गेनाइजेशन, लघु उद्योगिक विकास संस्थान। संस्थान लिखना भुल गया बेटा, विकास तो बाद संस्था या संस्थान लिख लियो। ਇਹਦੇ ਬਾਰੇ ਪੜ੍ਹਦੇ ਹਾਂ। ਇਹ ਸੰਸਥਾ 1954 ਦੇ ਵਿੱਚ ਫੋਰਡ ਫਾਊਂਡੇਸ਼ਨ ਦੀ ਪ੍ਰਵਾਨਗੀ ਨਾਲ ਬਣਾਈ ਗਈ ਸੀ। ਇਸ ਸੰਸਥਾ ਦਾ ਮੁਖੀ ਵਧੀਕ ਸੈਕਟਰੀ ਅਤੇ ਵਿਕਾਸ ਕਮਿਸ਼ਨਰ ਲਘੂ ਉਦਯੋਗ ਹੁੰਦਾ ਹੈ। ਠੀਕ ਹੈ, ਮਤਲਬ ਮੁਖੀ ਕੌਣ ਹੁੰਦਾ? ਵਿਕਾਸ ਕਮਿਸ਼ਨਰ। ਇਹ ਕੇਂਦਰੀ ਪੱਧਰ ਦੀ, ਪਹਿਲੀ ਗੱਲ ਕੇਂਦਰੀ ਪੱਧਰ ਦੀ ਸੰਸਥਾ ਯਾਦ ਰੱਖਣਾ। ਠੀਕ ਹੈ, ਜਿਸ ਦਾ ਉਦੇਸ਼ ਦੇਸ਼ ਦੇ ਹਰ ਹਿੱਸੇ ਵਿੱਚ ਲਘੂ ਉਦਯੋਗ, ਨਾਮ ਤੋਂ ਪਤਾ ਲੱਗਦਾ ਲਘੂ ਉਦਯੋਗੀ ਵਿਕਾਸ ਮਤਲਬ ਲਘੂ ਉਦਯੋਗਾਂ ਦੀ ਸਥਾਪਨਾ ਕਰਨੀ। ਤਾਂ ਇਹ ਸੰਸਥਾ ਦਾ ਉਦੇਸ਼ ਕੀ ਹੋ ਗਿਆ? ਲਘੂ ਉਦਯੋਗਾਂ ਦੀ ਸਥਾਪਨਾ ਕਰਨੀ, ਦੇਸ਼ ਦੇ ਹਰ ਹਿੱਸੇ ਦੇ ਵਿੱਚ ਲਘੂ ਉਦਯੋਗ ਸਥਾਪਿਤ ਕਰਨੇ। ਇਹ ਸੰਸਥਾ ਲਗਭਗ 60 ਦਫ਼ਤਰਾਂ ਤੇ 21 ਸਵੈਚਾਲਿਤ ਦਫ਼ਤਰਾਂ ਰਾਹੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ। ਕਿੰਨੇ? 60 ਦਫ਼ਤਰ ਤੇ 21 ਸਵੈਚਾਲਿਤ ਮਤਲਬ ਇੰਨੇ ਦਫ਼ਤਰਾਂ ਦੇ ਰਾਹੀਂ
ਇੰਨੇ ਦਫ਼ਤਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਖੁੱਲੇ ਹੋਏ ਨੇ ਜਿਨ੍ਹਾਂ ਦੇ ਰਾਹੀਂ ਇਹ ਸੰਸਥਾ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਆ। ਮੇਨਲੀ ਆਪਾਂ ਯਾਦ ਕੀ ਕਰਨਾ ਇਹਦੇ ਚ, ਫੁੱਲ ਫਾਰਮ, ਮਿਤੀ, ਕਦੋਂ ਬਣੀ ਆ ਸੰਸਥਾ, ਠੀਕ ਹੈ, ਤੇ ਅਗਲੀ ਗੱਲ ਸਿੱਧੋ ਦੇ ਕੰਮ, ਮਤਲਬ ਹਰੇਕ ਦੇ ਕੰਮ ਜ਼ਰੂਰ ਧਿਆਨ ਚ ਪੜ੍ਹਨੇ ਨੇ। ਵੈਸੇ ਤਾਂ ਸਮਝ ਕੱਟ ਮਿਕਸ ਜੀ ਹੋਣਗੇ, ਕਾਫੀ ਹੱਦ ਤੱਕ ਕੰਮ ਸੇਮ ਹੁੰਦੇ ਨੇ, ਮੈਂ ਪਹਿਲਾਂ ਵੀ ਦੱਸ ਚੁੱਕਿਆ, ਪਰ ਤੁਸੀਂ ਕੰਮ ਧਿਆਨ ਨਾਲ ਪੜ੍ਹਨੇ ਨੇ। ਦੇਖੋ ਸਿੱਧੋ ਦਾ ਕੰਮ ਕੀ ਹੈ, ਲਘੂ ਉਦਯੋਗਾਂ ਲਈ ਤਕਨੀਕੀ, ਆਰਥਿਕ ਅਤੇ ਪ੍ਰਬੰਧਕੀ ਸਲਾਹ ਦੇਣੀ। ਕਿਹੜੀ ਕਿਹੜੀ ਕਿਸਮ ਦੀ? ਲਘੂ ਉਦਯੋਗ, ਪਹਿਲੀ ਗੱਲ ਛੋਟੇ ਉਦਯੋਗਾਂ ਲਈ। ਤਕਨੀਕੀ ਟੈਕਨੀਕਲ ਮਤਲਬ ਮਸ਼ੀਨਰੀ, ਆਰਥਿਕ ਪੈਸੇ ਨਾਲ ਸੰਬੰਧਿਤ, ਪ੍ਰਬੰਧਕੀ ਪ੍ਰਬੰਧ ਕਿਵੇਂ ਕਰਨਾ, ਇਹ ਜਿਹੀ ਕਿਸਮ ਦੀ ਸਲਾਹ ਦੇਣੀ। ਦੂਜਾ ਕੰਮ ਕੀ ਹੋ ਗਿਆ, ਸਰਕਾਰ ਦੁਆਰਾ ਬਣਾਈਆਂ ਜਾਣ ਵਾਲੀਆਂ ਪਾਲਿਸੀਆਂ ਲਈ ਸੁਝਾਅ ਦੇਣੇ। ਸਰਕਾਰ ਜੇ ਕੋਈ ਲਘੂ ਉਦਯੋਗ ਨਾਲ ਸੰਬੰਧਿਤ ਪਾਲਿਸੀ, ਨੀਤੀ, ਨਿਯਮ, ਸਕੀਮ ਬਣਾਉਣੀ ਚਾਹੁੰਦੀ ਹੈ ਤਾਂ ਇਹ ਸੰਸਥਾ ਉਹਦੀ ਮਦਦ ਕਰਦੀ ਹੈ, ਸਲਾਹ ਦਿੰਦੀ ਆ। ਉਦਮ ਦਾ ਵਿਕਾਸ ਲਈ ਟ੍ਰੇਨਿੰਗ ਅਤੇ ਟੈਸਟਿੰਗ ਨਤੀਜੇ ਪੇਸ਼ ਕਰਨਾ, ਮਤਲਬ ਉਦਮ ਦਾ ਵਿਕਾਸ ਦੇ ਲਈ ਟ੍ਰੇਨਿੰਗਾਂ ਦਾ ਆਯੋਜਨ ਕਰਦੀ ਹੈ, ਠੀਕ ਹੈ, ਫਿਰ ਟੈਸਟਿੰਗ ਕਰਦੀ ਹੈ, ਉਹਦਾ ਫਾਇਦਾ ਕੀ ਹੋਇਆ ਟ੍ਰੇਨਿੰਗਾਂ ਦਾ। ਪ੍ਰਦੂਸ਼ਣ ਅਤੇ ਊਰਜਾ ਸੰਬੰਧੀ ਆਡਿਟ ਕਰਨੇ, ਪ੍ਰਦੂਸ਼ਣ ਤੇ ਊਰਜਾ ਮਤਲਬ ਪ੍ਰਦੂਸ਼ਣ ਤਾਂ ਨਹੀਂ ਫੈਲਾ ਰਹੀ ਕੋਈ ਕੰਪਨੀ, ਇਸ ਸੰਬੰਧੀ ਆਡਿਟ ਕਰਨਾ। ਊਰਜਾ ਦੀ ਵਰਤੋਂ ਕਿਸ ਢੰਗ ਨਾਲ ਹੋ ਰਹੀ ਹੈ, ਕਿੰਨੀ ਕੁ ਹੋ ਰਹੀ ਹੈ, ਉਹਦੀ ਆਡਿਟ ਕਰਨੇ। ਮਾਲ ਦੇ ਨਿਰਯਾਤ ਕਰਨ ਵਿੱਚ ਸਹਾਇਤਾ ਕਰਨਾ, ਕੋਈ ਵਿਅਕਤੀ ਉਦਮੀ ਆਪਣਾ ਮਾਲ ਤਿਆਰ ਕਰਦਾ, ਬਾਹਰ ਭੇਜਣਾ ਚਾਹੁੰਦਾ ਤਾਂ ਉਹਦੀ ਸਲਾਹ ਲੈਣੀ, ਉਹ ਵੀ ਇਹ ਦੇਣਗੇ। ਪੇਂਡੂ ਤੇ ਵਿਕਾਸ ਸੇਵਾਵਾਂ, ਮਤਲਬ ਵਿਕਾਸ ਕਰਨਾ ਪੇਂਡੂ ਪੱਧਰ ਤੇ ਜਾਂ ਲਘੂ ਪੱਧਰ ਤੇ ਜਾਂ ਲਘੂ ਉਦਯੋਗਿਕ ਵਿਕਾਸ ਪੱਧਰ ਤੇ। ਟੈਸਟਿੰਗ ਕੇਂਦਰ ਬਣਾਉਣੇ, ਜਗ੍ਹਾ ਜਗ੍ਹਾ ਤੇ ਕੁਆਲਿਟੀ ਨੂੰ ਯਕੀਨੀ ਬਣਾਉਣ ਲਈ ਟੈਸਟਿੰਗ ਕੇਂਦਰ ਬਣਾਉਣੇ। ਨਵੀਆਂ ਤਕਨੀਕਾਂ, ਆਧੁਨਿਕ ਉਦਯੋਗਾਂ, ਕੁਆਲਿਟੀ ਸੁਧਾਰ ਬਾਰੇ ਜਾਣਕਾਰੀ ਪ੍ਰਦਾਨ ਕਰਨਾ, ਜਿਹੜੀ ਵੀ ਲੇਟੈਸਟ ਟੈਕਨੋਲੋਜੀ ਆਉਂਦੀ ਹੈ ਉਹਦੇ ਬਾਰੇ ਜਾਣਕਾਰੀ ਪ੍ਰਦਾਨ ਕਰਨਾ। ਆਧੁਨਿਕ ਉਦਯੋਗਾਂ ਬਾਰੇ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ, ਕੁਆਲਿਟੀ 'ਚ ਕਿਵੇਂ ਸੁਧਾਰ ਕੀਤਾ ਜਾ ਸਕਦਾ, ਉਦਮੀਆਂ ਨੂੰ ਸਲਾਹ ਦਿੰਦੇ ਨੇ ਕੁੱਲ ਮਿਲਾ ਕੇ, ਠੀਕ ਹੈ। ਉਰੇ ਲਿਖਣਾ ਰਹਿ ਗਿਆ 9th ਪੁਆਇੰਟ ਦੇ ਵਿੱਚ, ਦੁਆਰਾ ਘੋਸ਼ਿਤ ਕੀਤੀਆਂ ਸਕੀਮਾਂ, ਮਤਲਬ ਸਰਕਾਰ ਦੁਆਰਾ, ਠੀਕ ਹੈ। ਸਰਕਾਰ 9ਵਾਂ ਪੁਆਇੰਟ ਕਾਟਾ ਮਾਰ ਦੋ, ਠੀਕ ਹੈ, ਇਹਨੂੰ ਨਾ ਪੜੋ। ਸਰਕਾਰ ਦੁਆਰਾ ਬਣਾਈਆਂ ਗਈਆਂ ਪਾਲਿਸੀਆਂ ਤੇ ਆਯੋਜਿਤ ਸੈਮੀਨਾਰਾਂ ਰਾਹੀਂ ਲਘੂ ਉਦਯੋਗਾਂ ਨੂੰ ਅੱਗੇ ਵਧਾਉਣਾ। ਸਰਕਾਰ ਨੇ ਪਾਲਿਸੀਆਂ ਬਣਾਤੀਆਂ, ਉਹਦੇ 'ਚ ਹੈਲਪ ਕੀਤੀ, ਫਿਰ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਉਹਨਾਂ ਪਾਲਿਸੀਆਂ ਬਾਰੇ ਜਾਣਕਾਰੀ ਦਿੱਤੀ ਤਾਂ ਉਦਯੋਗ ਨੇ ਅੱਗੇ ਵਧਾਉਣਾ, ਉਦਯੋਗਿਕ ਵਿਕਾਸ ਕਰਨਾ। ਮਤਲਬ ਬਣੇ ਹੋਏ ਪ੍ਰੋਡਕਟਾਂ ਦੀ ਮਾਰਕੀਟਿੰਗ ਸਲਾਹ ਦੇਣੀ, ਬਣੇ ਹੋਏ ਪ੍ਰੋਡਕਟ ਨੇ ਉਹਨਾਂ ਨੂੰ ਮਾਰਕੀਟਿੰਗ ਕਿਵੇਂ ਕਰੀਏ, ਇਹ ਸਾਰਾ ਕੁਝ ਸੰਸਥਾ ਸਲਾਹ ਦਿੰਦੀ ਹੈ। 11ਵਾਂ ਪੁਆਇੰਟ, ਵਿੱਤੀ ਸੰਸਥਾਵਾਂ ਤੇ ਉਦਯੋਗਿਕ ਇਕਾਈਆਂ ਵਿਚਕਾਰ ਤਾਲਮੇਲ ਬਣਾਉਣਾ। ਉਦਯੋਗਿਕ ਇਕਾਈਆਂ ਤੁਹਾਡਾ ਉਦਯੋਗ, ਵਿੱਤੀ ਸੰਸਥਾਵਾਂ ਜਿਹੜੀਆਂ ਜਿਵੇਂ ਬੈਂਕ ਹੋ ਗਏ ਜਾਂ ਹੋਰ ਵਿੱਤੀ ਸੰਸਥਾਵਾਂ ਨੇ, ਉਹਨਾਂ ਦੇ ਵਿਚਕਾਰ ਆਪਸ ਵਿੱਚ ਤਾਲਮੇਲ ਬਣਾਉਂਦੀ ਨਹੀਂ ਵੀ, ਤਾਂ ਕਿ ਇੱਕ ਦੂਜੇ ਤੋਂ ਹੈਲਪ ਲੈਤੀ ਜਾ ਸਕੇ, ਇੱਕ ਦੂਜੇ ਦੀ ਮਦਦ ਕੀਤੀ ਜਾ ਸਕੇ। ਚੌਥਾ, ਆਪਣੀ ਸੰਸਥਾ ਕਿਹੜੀ ਆ, ਸਮਾਲ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ, ਕਾਫੀ ਹੱਦ ਤੱਕ ਸੇਮ ਆ, ਉਧਰ ਵੀ ਸਮਾਲ ਇੰਡਸਟਰੀਅਲ ਡਿਵੈਲਪਮੈਂਟ ਆਰਗੇਨਾਈਜੇਸ਼ਨ ਸੀ। ਇਹ ਕੀ ਆ, ਸਮਾਲ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ, ਮਤਲਬ ਇੱਕ ਤਰ੍ਹਾਂ ਦਾ ਬੈਂਕ ਆ, ਠੀਕ ਹੈ, ਪਰ ਨਾਮ ਹੀ ਇਹਦਾ ਪਤਾ ਲੱਗਦਾ, ਭਾਰਤੀ ਲਘੂ ਉਦਯੋਗਿਕ ਵਿਕਾਸ ਬੈਂਕ, ਮਤਲਬ ਉਦਯੋਗਾਂ ਦੇ ਵਿਕਾਸ ਲਈ ਬਣਾਇਆ ਜਾਣ ਵਾਲਾ ਬੈਂਕ ਆ, ਠੀਕ ਹੈ। ਪਹਿਲੀ ਗੱਲ ਤਾਂ ਬੇਟਾ ਇਹ IDBI ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ ਦਾ ਹਿੱਸਾ ਸੀ। ਇਹ ਸੰਸਥਾ 2 ਅਪ੍ਰੈਲ 1990 ਵਿੱਚ ਪਾਰਲੀਮੈਂਟਰੀ ਐਕਟ ਅਧੀਨ, ਤੁਹਾਨੂੰ ਪਤਾ ਪਾਰਲੀਮੈਂਟ ਆਪਣੇ ਐਕਟ ਬਣਾਉਂਦੀ ਆ, ਠੀਕ ਹੈ, ਭਾਰਤੀ ਸੰਸਦ ਦੇ ਵਿੱਚ ਐਕਟ ਬਣਦੇ ਨੇ, ਉਹਨਾਂ ਚੋਂ ਇੱਕ ਐਕਟ ਇਹ ਬਣਾਇਆ ਗਿਆ ਜਿਹਦੇ ਰਾਹੀਂ ਇਹ ਸੰਸਥਾ ਬਣਾਈ ਗਈ। ਇਹ ਸੰਸਥਾ ਕਈ ਛੋਟੀਆਂ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਘੱਟ ਵਿਆਜ ਤੇ ਲੋਨ ਦੀ ਸੁਵਿਧਾ ਪ੍ਰਦਾਨ ਕਰਦੀ। ਕੀ ਮੇਨ ਟਾਰਗੇਟ ਆ, ਲੋਨ ਦੇਣਾ ਛੋਟੀਆਂ ਤੇ ਪ੍ਰਾਈਵੇਟ ਸੰਸਥਾਵਾਂ ਨੂੰ, ਤਾਂ ਜੋ ਇਹ ਸੰਸਥਾਵਾਂ ਅੱਗੋਂ ਛੋਟੇ ਉਦਯੋਗਾਂ ਨੂੰ ਵਧਾਉਣ ਲਈ ਪੈਸਾ ਵੰਡ ਸਕਣ, ਸ਼ੁਰੂ ਵਿੱਚ ਇਹ ਸੰਸਥਾ ਬਿਲਕੁਲ IDBI ਦਾ ਹਿੱਸਾ ਸੀ, ਪਰ ਅੱਜ ਕੱਲ੍ਹ ਇਹਦੇ 'ਚ ਸ਼ੇਅਰ ਹੋਲਡਰ ਹੋਰ ਵੀ ਆ ਗਏ, ਕਈ ਹੋਰ ਬੈਂਕਾਂ ਨੇ, ਬੀਮਾ ਕੰਪਨੀਆਂ ਨੇ, ਵਿੱਤੀ ਸੰਸਥਾਵਾਂ ਨੇ ਇਹਦੇ ਨਾਲ ਸ਼ੇਅਰ ਖਰੀਦ ਲਏ ਜਾਂ ਸ਼ੇਅਰ ਪਾ ਲਿਆ। ਇਹਦੇ ਕੰਮ ਕੀ ਨੇ ਸਿਡਬੀ ਬੈਂਕ ਦੇ, ਇਹ ਲਘੂ ਉਦਯੋਗਾਂ ਨੂੰ ਲੋੜ ਅਨੁਸਾਰ ਪਹਿਲਾਂ ਲਏ ਲੋਨ ਨੂੰ ਵਧਾ ਕੇ ਦੁਬਾਰਾ ਲੋਨ ਦਿੰਦੀ ਆ। ਮਤਲਬ ਕਿਸੇ ਵਿਅਕਤੀ ਨੇ ਲਘੂ ਉਦਯੋਗ ਦੇ ਲਈ ਲੋਨ ਲਿਆ ਸੀ ਲੱਖ ਰੁਪਈਆ, ਉਹਨੂੰ ਬਾਅਦ 'ਚ 2 ਲੱਖ ਦੀ ਲੋੜ ਪੈ ਗਈ ਤਾਂ ਵਧਾਉਣ ਲਈ ਇਹ ਸੰਸਥਾ ਹੈਲਪ ਕਰਦੀ ਆ। ਇਹ ਲਘੂ ਉਦਯੋਗਾਂ ਦੀ ਠੇਕੇ ਤੇ ਜ਼ਮੀਨ ਜਾਂ ਹੋਰ ਉਦਯੋਗਿਕ ਇਕਾਈਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਸਹਾਈ ਹੁੰਦੀ ਹੈ। ਲਘੂ ਉਦਯੋਗਾਂ ਲਈ ਜਿਹੜੇ ਠੇਕੇ ਤੇ ਜ਼ਮੀਨ ਲੈ ਲੈਂਦੇ ਨੇ ਕੰਮ ਕਰਨ ਲਈ, ਉਹ ਜ਼ਰੂਰਤਾਂ, ਉਹਦੇ ਲਈ ਲੋਨ ਦੇਣਾ। ਇਹ ਲਘੂ ਉਦਯੋਗਾਂ ਨੂੰ ਨਵੀਂ ਦਿਸ਼ਾ ਤੇ ਜਾਣਕਾਰੀ ਪ੍ਰਦਾਨ ਕਰਨ ਸੈਮੀਨਾਰ ਲਗਾਉਣ ਲਈ ਕੇਂਦਰ ਸਥਾਪਿਤ ਕਰਦੀ ਆ। ਮਤਲਬ ਲਘੂ ਉਦਯੋਗਾਂ ਬਾਰੇ ਨਵੀਂ ਜਾਣਕਾਰੀ ਦੇਣ ਲਈ, ਨਵੀਆਂ ਟੈਕਨੀਕਸ ਬਾਰੇ, ਨਵੀਆਂ ਮਸ਼ੀਨਾਂ ਬਾਰੇ, ਨਵੀਆਂ ਸਕੀਮਾਂ ਬਾਰੇ, ਇਹ ਸਾਰੀ ਜਾਣਕਾਰੀ ਲਘੂ ਉਦਯੋਗ ਲਈ ਉਦਮੀਆਂ ਨੂੰ ਦੇਣੀ ਆ। ਉਹਦੇ ਲਈ ਸੈਮੀਨਾਰ ਲਗਾਉਣ ਲਈ ਕੇਂਦਰ ਸਥਾਪਿਤ ਕਰਦੀ ਆ, ਠੀਕ ਹੈ ਇਹ ਸੰਸਥਾ।
अगला यह मशीनां की खरीदारी उपर वधिया डिस्काउंट ਜਾਂ ਛੋਟ ਦਿਲਵਾਉਂਦੀ ਹੈ। ਦੇਖੋ ਜਦੋਂ ਉਦਮੀ ਨੇ ਮਸ਼ੀਨਾਂ ਖਰੀਦਣੀਆਂ ਨੇ ਤਾਂ ਇਹ ਸੰਸਥਾ ਸਿਰਫ ਗਾਈਡ ਨਹੀਂ ਕਰਦੀ ਬਲਕਿ ਜਿਹੜੀਆਂ ਕੰਪਨੀਆਂ ਤੋਂ ਮਸ਼ੀਨਾਂ ਖਰੀਦਣੀਆਂ ਨੇ ਉਹਨਾਂ ਕੰਪਨੀਆਂ ਨੂੰ ਸਿਫਾਰਿਸ਼ ਕਰਕੇ ਡਿਸਕਾਊਂਟ ਜਾਂ ਛੋਟ ਵੀ ਦਿਵਾਉਂਦੀ ਆ। ਠੀਕ ਹੈ, ਇਹ ਲਘੂ ਉਦਯੋਗ। ਹਾਂ, ਇੱਕ ਹੋਰ ਅਗਲਾ ਪੁਆਇੰਟ ਵੀ ਕੱਚੇ ਮਾਲ ਨੂੰ ਤੇ ਘੱਟ ਮੁੱਲ ਤੇ ਦਿਵਾਉਂਦੀ ਹੈ ਤੇ ਤਿਆਰ ਪ੍ਰੋਡਕਟ ਨੂੰ ਵਧੀਆ ਮੁੱਲ ਤੇ ਵੇਚਣ ਵਿੱਚ ਸਹਾਇਤਾ ਕਰਦੀ ਆ। ਠੀਕ ਹੈ, ਇਹ ਸੀਗੇ ਸਿਡਬੀ ਦੇ ਰੋਲ। ਮਤਲਬ ਤੁਸੀਂ ਫੁੱਲ ਫਾਰਮ ਜ਼ਰੂਰ ਯਾਦ ਰੱਖਣੀ ਆ। ठीक है, स्मॉल इंडस्ट्रीयल डेवलपमेंट बैंक ऑफ इंडिया। ठीक है, अगला खेतरी पेंडू बैंक, रीजनल रूरल बैंक, मतलब नाम से पता लगता पेंडू बैंक ने तो ये तो बिल्कुल ही खेतीबाड़ी लई, किसानां लई, लघु उद्योगां लई ही हेल्प करनगे। ठीक है, यह बैंक नबार्ड नामक संस्था, बड़े लेवल का बैंक आ, नबार्ड नामक संस्था के अधीन आउंदे ने। ਇਹ ਵੀ ਵਪਾਰਕ ਬੈਂਕਾਂ ਨੇ ਜੋ ਪੇਂਡੂ ਖੇਤਰ ਵਿੱਚ ਪੇਂਡੂ ਖੇਤਰ ਦੇ ਵਿੱਚ ਵਿੱਤੀ ਸੇਵਾਵਾਂ ਪ੍ਰਦਾਨ ਕਰਦੇ ਨੇ। ਠੀਕ ਹੈ, ਅੱਜ ਦੇ ਸਮੇਂ ਵਿੱਚ ਇਹਨਾਂ ਦੀ ਗਿਣਤੀ 43 ਆ। ਇਹਨਾਂ ਬੈਂਕਾਂ ਦੀ ਸਥਾਪਨਾ 26 ਸਤੰਬਰ 1975 ਦੀ ਪ੍ਰੋਵੀਜ਼ਨ ਅਤੇ ਆਰਆਰਬੀ ਐਕਟ 1976 ਦੇ ਅਧੀਨ ਕੀਤੀ ਗਈ ਸੀ। ਠੀਕ ਹੈ, ਚਲੋ ਇਹ ਤਾਂ ਯਾਦ ਕਰਨਾ ਬੇਟਾ। ਖੇਤਰੀ ਪੇਂਡੂ ਬੈਂਕਾਂ ਦੇ ਮੁੱਖ ਉਦੇਸ਼ ਕੀ ਨੇ? ਪੇਂਡੂ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਬੈਂਕਿੰਗ ਸੇਵਾਵਾਂ, ਛੋਟੇ ਛੋਟੇ ਪਿੰਡਾਂ ਦੇ ਵਿੱਚ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨਾ, ਵਿੱਤੀ ਸੇਵਾਵਾਂ ਪ੍ਰਦਾਨ ਕਰਨਾ, ਵਪਾਰ ਅਤੇ ਉਦਯੋਗਾਂ ਵਿੱਚ ਵਾਧਾ ਕਰਕੇ ਰੁਜ਼ਗਾਰ ਦੇ ਮੌਕਿਆਂ ਵਿੱਚ, ਮਤਲਬ ਵਪਾਰ ਲਈ, ਉਦਯੋਗਾਂ ਲਈ ਲੋਨ ਦੇ ਕੇ ਉਹਨਾਂ ਦੀ ਹੈਲਪ ਕਰਕੇ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਕਰਨਾ ਪੇਂਡੂ ਖੇਤਰਾਂ ਦੇ ਵਿੱਚ। ਉਦਯੋਗੀਕਰਨ ਦਾ ਵਿਕਾਸ ਕਰਨਾ, ਪਿੰਡਾਂ ਦੇ ਵਿੱਚ ਉਦਯੋਗ ਨੂੰ ਵਧਾਉਣਾ, ਛੋਟੇ ਉਦਯੋਗਾਂ ਲਈ ਲੋਨ ਦੀ ਸੁਵਿਧਾ ਪ੍ਰਦਾਨ ਕਰਨਾ, ਲੋਨ ਦੀ ਸੁਵਿਧਾ ਦੇਣੀ, ਪੈਸੇ ਜਮ੍ਹਾਂ ਕਰਾਉਣਾ, ਖੇਤੀਬਾੜੀ ਕਿਸਾਨਾਂ ਤੇ ਲੇਬਰ ਲਈ, ਖੇਤੀਬਾੜੀ ਵਾਲੇ ਕਿਸਾਨਾਂ ਲਈ ਵੀ ਲੋਨ ਦੇਣਾ, ਲਿਮਟ ਵਗੈਰਾ ਮਿਲਦੀ ਹੁੰਦੀ ਆ। ਠੀਕ ਹੈ, ਉਹ ਸਾਰਾ ਕੁਝ ਇਹ ਹੈਲਪ ਕਰਦੇ ਨੇ ਖੇਤਰੀ ਪੇਂਡੂ ਬੈਂਕ। 6ਵਾਂ ਰਾਸ਼ਟਰੀ ਲਘੂ ਉਦਯੋਗ ਕਾਰਪੋਰੇਸ਼ਨ, ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ, NSIC, ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ, NSIC। ਇਹ ਸੰਸਥਾ 1955 ਵਿੱਚ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤੀ ਗਈ ਸੀ। ਇਹ ਸੰਸਥਾ ਮਿਨਿਸਟਰੀ ਆਫ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ ਆਫ ਇੰਡੀਆ, ਇਸ ਸੰਸਥਾ ਦੁਆਰਾ ਮਤਲਬ ਇਸ ਮੰਤਰਾਲੇ ਦੁਆਰਾ ਸਥਾਪਿਤ ਕੀਤੀ ਗਈ ਸੀ, ਪ੍ਰਬੰਧਿਤ ਕੀਤੀ ਜਾਂਦੀ ਆ। ਇਹਦਾ ਮੁੱਖ ਦਫ਼ਤਰ ਕਿੱਥੇ ਆ? ਦਿੱਲੀ। ਠੀਕ ਹੈ, ਇਹਦਾ ਵੀ ਟਾਰਗੇਟ ਉਹੀ ਆ, ਲਘੂ ਉਦਯੋਗਾਂ ਨੂੰ ਵਧਾਉਣਾ। ਕੰਮ ਕੀ ਨੇ? ਇਹ ਸੰਸਥਾ ਉਦਯੋਗਾਂ ਲਈ ਮਸ਼ੀਨਾਂ ਅਤੇ ਯੰਤਰ ਕਿਸ਼ਤਾਂ ਤੇ ਜਾਂ ਠੇਕੇ ਤੇ ਖਰੀਦ ਕੇ ਵਿੱਤੀ ਸਹਾਇਤਾ ਪ੍ਰਦਾਨ, ਮਤਲਬ ਉਦਮੀ ਨੂੰ ਮਸ਼ੀਨਾਂ ਜਾਂ ਹੋਰ ਯੰਤਰ ਨੇ ਜਿਹੜੇ ਉਦਯੋਗ ਦੇ ਵਿੱਚ ਕੰਮ ਹੋਣੇ ਨੇ ਉਹ ਕਿਸ਼ਤਾਂ ਤੇ ਖਰੀਦਣ ਦੇ ਵਿੱਚ ਮਦਦ ਕਰਦੀ ਆ। SSI ਸਮਾਲ ਸਕੇਲ ਇੰਡਸਟਰੀਜ਼, ਮਤਲਬ ਲਘੂ ਉਦਯੋਗ ਉਹੀ ਆ ਗਏ, ਤੇ ਪ੍ਰੋਡਕਟਾਂ ਨੂੰ ਨਿਰਯਾਤ ਕਰਨ ਵਿੱਚ ਮਦਦ ਕਰਦੀ ਆ, ਬਾਹਰ ਭੇਜਣ ਦੇ ਵਿੱਚ ਮਦਦ ਕਰਦੀ ਆ। ਲਘੂ ਉਦਯੋਗਾਂ ਦੇ ਵਰਕਰਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਦੀ ਆ ਸਮੇਂ-ਸਮੇਂ ਤੇ। NSIC ਦਾ ਇੱਕ ਹੋਰ ਮੁੱਖ ਕੰਮ ਉਦੇਸ਼ ਲਘੂ ਉਦਯੋਗਾਂ ਵਿੱਚ ਤਿਆਰ ਕੀਤੇ ਗਏ ਪ੍ਰੋਡਕਟਾਂ ਦੀ ਮਾਰਕੀਟਿੰਗ ਕਰਨੀ। ਜਿਹੜੇ ਲਘੂ ਉਦਯੋਗਾਂ ਦੇ ਵਿੱਚ ਪ੍ਰੋਡਕਟ ਤਿਆਰ ਹੋਏ ਨੇ ਉਹ ਵੱਡੇ ਲੈਵਲ ਤੇ ਮਾਰਕੀਟਿੰਗ ਨਹੀਂ ਕਰ ਸਕਦੇ, ਉਹ ਕਿਉਂਕਿ ਛੋਟੇ ਲੈਵਲ ਦੇ ਉਦਯੋਗ ਹੁੰਦੇ ਨੇ, ਪਰ ਇਹ ਸੰਸਥਾ ਉਹਨਾਂ ਦੀ ਹੈਲਪ ਕਰਦੀ ਆ, ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਜਾਂਦੀ ਆ ਪ੍ਰੋਡਕਟਾਂ ਨੂੰ। ਇਹ ਸੰਸਥਾ ਖਰੀਦਦਾਰਾਂ ਅਤੇ ਲਘੂ ਉਦਯੋਗਾਂ ਦੇ ਵਿੱਚ ਖਰੀਦ ਵੇਚ ਪ੍ਰੋਗਰਾਮ ਨਿਰਧਾਰਿਤ ਕਰਦੀ ਆ। ਮਤਲਬ ਖਰੀਦਦਾਰ ਜਿਨ੍ਹਾਂ ਨੇ ਪ੍ਰੋਡਕਟ ਦੀ ਖਰੀਦ ਕਰਨੀ ਆ, ਲਘੂ ਉਦਯੋਗ ਜਿਹੜੇ ਉਦਮੀ ਨੇ ਛੋਟੇ ਛੋਟੇ ਉਦਯੋਗ ਚਲਾਈ ਜਾ ਰਹੇ ਨੇ, ਪ੍ਰੋਡਕਟਾਂ ਦਾ ਨਿਰਮਾਣ ਕਰ ਰਹੇ ਨੇ, ਆਪਸ ਦੇ ਵਿੱਚ ਮਿਲਾਪ ਕਰ ਦਿੰਦੀ ਹੈ ਤਾਂ ਕਿ ਲਘੂ ਉਦਯੋਗਾਂ ਦੇ ਪ੍ਰੋਡਕਟਾਂ ਦੀ ਮੰਗ ਵਿੱਚ ਵਾਧਾ ਹੋਵੇ, ਲੋਕ ਜਾਣੂ ਹੋਣ ਤੇ ਲਘੂ ਉਦਯੋਗਾਂ ਦਾ ਵਿਕਾਸ ਹੋਵੇ। ਠੀਕ ਹੈ, ਇਹ ਸੰਸਥਾ ਕੱਚਾ ਮਾਲ ਖਰੀਦਣ ਲਈ ਵੀ ਲੋਨ ਦੀ ਸੁਵਿਧਾ ਪ੍ਰਦਾਨ ਕਰਦੀ ਆ। ਮਤਲਬ ਉਦਮੀਆਂ ਲਈ ਕੱਚਾ ਮਾਲ ਖਰੀਦਣ ਲਈ ਵੀ ਲੋਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ, ਜਿਵੇਂ 90 ਦਿਨਾਂ ਤੱਕ ਲੋਨ ਦੀ ਸੁਵਿਧਾ, ਮਤਲਬ 90 ਦਿਨਾਂ ਲਈ ਲੋਨ ਦੇ ਦੇਣਾ, ਫਿਰ ਵਾਪਸ ਕਰ ਸਕਦੇ ਆ। ਇਹ ਸੰਸਥਾ ਲਘੂ ਉਦਯੋਗਾਂ ਦੇ ਵਾਧੇ ਲਈ ਤਕਨੀਕੀ ਸਹਾਇਤਾ ਵੀ ਕਰਦੀ ਆ, ਜਿਵੇਂ CAD ਵਰਗੇ ਸੌਫਟਵੇਅਰ। ਵਾਟ ਇਜ਼ CAD? CAD ਹੁੰਦਾ ਬੇਟਾ ਕੰਪਿਊਟਰ ਏਡਡ ਡਿਜ਼ਾਈਨਿੰਗ। ਇਹਦੇ ਚ ਡਿਜ਼ਾਈਨਿੰਗ ਦਾ ਸੌਫਟਵੇਅਰ ਆ ਜਿਹੜਾ ਕੰਪਿਊਟਰ ਦੇ ਵਿੱਚ ਚਲਾ ਕੇ ਬਹੁਤ ਵਧੀਆ ਘਰਾਂ ਦੇ ਡਿਜ਼ਾਈਨ, ਕੋਠੀਆਂ ਦੇ ਡਿਜ਼ਾਈਨ, ਮਕਾਨਾਂ ਦੇ ਡਿਜ਼ਾਈਨ, ਕੰਪਨੀਆਂ ਦੇ ਡਿਜ਼ਾਈਨ, ਕੱਪੜੇ ਦੇ ਡਿਜ਼ਾਈਨ, ਸਾਰਾ ਕੁਝ ਇਹਦੇ ਚ ਬਣਨਾ ਸੰਭਵ ਹੁੰਦਾ। ਟੈਸਟਿੰਗ ਲਈ ਲੈਬੋਰਟਰੀਆਂ ਵੀ ਪ੍ਰਦਾਨ ਕਰਦੀ ਆ। ਇਹ ਇਹਦੇ ਕੰਮ ਨੇ। ਉਦਯੋਗਿਕ ਇਲਾਕਿਆਂ ਦੀ ਸਥਾਪਨਾ ਕਰਨੀ, ਮਤਲਬ ਇਹ ਜੇ ਖੇਤਰੀ ਬਣਾ ਦਿੰਦੇ ਨੇ, ਵਿੰਗ ਬਣਾ ਦਿੰਦੇ ਨੇ ਉਦਯੋਗਿਕ, ਜਿਨ੍ਹਾਂ ਦੇ ਵਿੱਚ ਉਦਯੋਗ ਲਗਾਏ ਜਾ ਸਕਦੇ ਨੇ। ਮਸ਼ੀਨਰੀ ਅਤੇ ਯੰਤਰਾਂ ਦੀ ਸਹੀ ਸਮੇਂ ਤੇ ਸਪਲਾਈ ਕਰਨੀ। ਠੀਕ ਹੈ, ਸਰਕਾਰ ਦੁਆਰਾ ਪ੍ਰੋਡਕਟ ਖਰੀਦ ਪ੍ਰੋਗਰਾਮ ਤੈਅ ਕਰਨਾ, ਮਤਲਬ ਸਰਕਾਰ ਦੁਆਰਾ ਅਜਿਹਾ ਪ੍ਰੋਗਰਾਮ ਤੈਅ ਕਰਨਾ ਜਿਹਦੇ ਵਿੱਚ ਉਦਮੀਆਂ ਦੁਆਰਾ ਬਣਾਏ ਗਏ, ਲਘੂ ਉਦਯੋਗਾਂ ਦੌਰਾਨ ਬਣਾਏ ਗਏ ਪ੍ਰੋਡਕਟਾਂ ਦੀ ਖਰੀਦ ਕੀਤੀ ਜਾ ਸਕੇ। ਠੀਕ ਹੈ, ਹੁਣ ਆ ਜਾਓ ਆਪਣਾ ਅਗਲਾ 7ਵਾਂ IFCI,
ਇਹਦਾ ਪੂਰਾ ਨਾਮ ਕੀ ਹੈ? ਇੰਡਸਟਰੀਅਲ ਫਾਈਨਾਂਸ ਕਾਰਪੋਰੇਸ਼ਨ ਆਫ ਇੰਡੀਆ। ਨਾਮ ਜ਼ਰੂਰ ਯਾਦ ਰੱਖਣਾ। ਪੰਜਾਬੀ ਅਨੁਵਾਦ ਕੀ ਹੈ? ਭਾਰਤੀ ਉਦਯੋਗਿਕ ਵਿੱਤ ਕਾਰਪੋਰੇਸ਼ਨ ਹੈ। ਇਸ ਦਾ ਉਦੇਸ਼ ਉਦਯੋਗਾਂ ਦੇ ਵਿਕਾਸ ਲਈ ਦੀਰਘਕਾਲੀਨ ਵਿੱਤੀ ਜ਼ਰੂਰਤਾਂ, ਦੀਰਘਕਾਲੀਨ ਲੰਬੇ ਸਮੇਂ ਲਈ ਵਿੱਤੀ ਜ਼ਰੂਰਤਾਂ ਨੂੰ ਪੂਰਤੀ ਕਰਨੀ, ਮਤਲਬ ਲੰਬੇ ਸਮੇਂ ਲਈ ਲੋਨ ਪ੍ਰਦਾਨ ਕਰਨਾ। ਭਾਰਤ ਸਰਕਾਰ ਦੁਆਰਾ ਇਹ ਬੈਂਕ 1 ਜੁਲਾਈ 1948 ਨੂੰ ਸਥਾਪਿਤ ਕੀਤਾ ਗਿਆ ਸੀ। ਇਹ ਆਜ਼ਾਦੀ ਤੋਂ ਬਾਅਦ ਸਥਾਪਿਤ ਕੀਤਾ ਜਾਣ ਵਾਲਾ ਪਹਿਲਾ ਵਿੱਤੀ ਇੰਸਟੀਚਿਊਟ ਹੈ। ਯਾਦ ਰੱਖਿਓ, ਪੇਪਰ ਦੇ ਵਿੱਚ ਵੀ ਆ ਸਕਦਾ। ਪਹਿਲਾ ਵਿੱਤੀ ਇੰਸਟੀਚਿਊਟ ਕਿਹੜਾ? IFCI। ਉਦੇਸ਼ ਅਤੇ ਕੰਮ ਵਿਦੇਸ਼ੀ ਕਰੰਸੀ ਅਤੇ ਰੁਪਇਆ ਵਿੱਚ ਲੋਨ ਦੀ ਸੁਵਿਧਾ ਪ੍ਰਦਾਨ ਕਰਨੀ। ਵਿਦੇਸ਼ੀ ਕਰੰਸੀ ਦੇ ਵਿੱਚ, ਠੀਕ ਹੈ, ਰੁਪਏ ਦੇ ਵਿੱਚ ਵੀ ਲੋਨ ਦੀ ਸੁਵਿਧਾ। ਉਦਯੋਗਿਕ ਇਕਾਈਆਂ ਨੂੰ ਖੋਜ ਅਤੇ ਵਿਕਾਸ ਦੇ ਕਾਰਜ ਲਈ ਲੋਨ ਪ੍ਰਦਾਨ ਕਰਨਾ। ਮਤਲਬ ਇਹ ਕਹਿੰਦੇ ਨੇ, ਇਹ ਸੰਸਥਾ ਇਹ ਮੋਟੀਵੇਸ਼ਨ ਦਿੰਦੀ ਹੈ ਵੀ ਤੁਸੀਂ ਖੋਜ ਕਰੋ ਨਵੇਂ ਪ੍ਰੋਡਕਟਾਂ ਦੀ, ਨਵੀਆਂ ਚੀਜ਼ਾਂ ਦੀ, ਜਿਹਦੇ ਲਈ ਲੋਨ ਵੀ ਮਿਲਦਾ। ਇਸ ਦੁਆਰਾ ਬੌਂਡਸ, ਸ਼ੇਅਰ ਆਦਿ ਵੀ ਜਾਰੀ ਕੀਤੇ ਜਾਂਦੇ ਨੇ। ਸ਼ੇਅਰ ਵੀ ਖਰੀਦ ਸਕਦੇ ਨੇ ਲੋਕ। ਉਦਯੋਗਿਕ ਇਕਾਈਆਂ ਲਈ ਲੋਨ ਦੀ ਸੁਵਿਧਾ ਪ੍ਰਦਾਨ ਕਰਨਾ। ਲੋਨ ਦੀ ਸੁਵਿਧਾ ਮੈਂ ਤੁਹਾਨੂੰ ਦੱਸ ਚੁੱਕਿਆ। ਸਿਰਫ ਪਬਲਿਕ ਲਿਮਟਿਡ ਕੰਪਨੀਆਂ ਜਾਂ ਕੋਆਪਰੇਟਿਵਾਂ ਨੂੰ ਲੋਨ ਪ੍ਰਦਾਨ ਕਰਨਾ। ਮੈਂ ਤੁਹਾਨੂੰ ਪਿੱਛੇ ਦੱਸਿਆ ਸੀ, ਪ੍ਰਾਈਵੇਟ ਲਿਮਟਿਡ ਤੇ ਪਬਲਿਕ ਲਿਮਟਿਡ, ਉਹ ਵਾਲੀ ਕੰਪਨੀਆਂ ਨੂੰ ਲੋਨ ਪ੍ਰਦਾਨ ਕਰਦੀ ਹੈ ਇਹ ਸੰਸਥਾ। 8ਵਾਂ ਜੀ, ਦੇਖੋ ਇਹ ਜਿਹੜੀਆਂ ਮੋਸਟਲੀ ਆਪਾਂ ਪੜ੍ਹੀਆਂ ਉਹ ਸੈਂਟਰ ਲੈਵਲ ਦੀਆਂ ਸੀ, ਕੇਂਦਰੀ ਸੰਸਥਾਵਾਂ ਸੀਗੀਆਂ। ਹੁਣ ਆਪਾਂ ਪੜ੍ਹਦੇ ਹਾਂ ਸਟੇਟ, ਰਾਜ ਵਿੱਤੀ ਕਾਰਪੋਰੇਸ਼ਨ, ਜਿਵੇਂ ਪੰਜਾਬ ਵਿੱਤੀ ਕਾਰਪੋਰੇਸ਼ਨ, ਇੱਕੋ ਹੀ ਪੜਾਂਗੇ। ਪੰਜਾਬ ਵਿੱਤ ਕਾਰਪੋਰੇਸ਼ਨ ਵੀ ਇੱਕ ਵਿੱਤੀ ਸੰਸਥਾ ਹੈ ਜਿਸ ਦਾ ਕਾਰਜ ਨਵੀਆਂ ਉਦਯੋਗਿਕ ਇਕਾਈਆਂ ਦੀ ਸਥਾਪਨਾ ਲਈ ਲੋਨ ਦੀ ਸੁਵਿਧਾ ਦੇਣਾ। ਇਸ ਤੋਂ ਇਲਾਵਾ ਜਿਹੜੇ ਪਹਿਲਾਂ ਹੀ ਸੰਸਥਾਵਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਆਧੁਨਿਕੀਕਰਨ, ਮਤਲਬ ਨਵੀਆਂ ਮਸ਼ੀਨਾਂ ਲਿਆਉਣੀਆਂ, ਉਹਨਾਂ ਨੂੰ ਫੈਲਾਉਣ ਲਈ, ਬਿਜ਼ਨਸ ਨੂੰ ਵਿਕਾਸ ਲਈ ਲੋਨ ਪ੍ਰਦਾਨ ਕਰਨਾ। ਠੀਕ ਹੈ, ਮਤਲਬ ਨਵੀਆਂ ਕੰਪਨੀਆਂ ਨੂੰ ਵੀ, ਨਵੀਆਂ ਸੰਸਥਾਵਾਂ ਨੂੰ ਵੀ ਲੋਨ ਦੇਣਾ ਤੇ ਪੁਰਾਣੀਆਂ ਨੂੰ ਡਿਵੈਲਪਮੈਂਟ ਲਈ, ਵਿਕਾਸ ਲਈ ਲੋਨ ਦੇਣਾ। ਇਹਦਾ ਮੁੱਖ ਦਫ਼ਤਰ ਕਿੱਥੇ ਹੈ? ਚੰਡੀਗੜ੍ਹ। ਇਹ ਪੰਜਾਬ ਰਾਜ ਦੀ ਲਘੂ ਉਦਯੋਗਾਂ ਲਈ ਵਿੱਤੀ ਸੰਸਥਾ ਸਹਾਇਤਾ ਲਈ ਕੰਮਕਾਰੀ ਸੰਸਥਾ ਹੈ। ਇਹ ਸੰਸਥਾ ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨ ਐਕਟ 1951 ਅਧੀਨ ਰਜਿਸਟਰਡ ਆ। ਠੀਕ ਹੈ, ਇਹ ਸੰਸਥਾ 1 ਫਰਵਰੀ 1953 ਨੂੰ ਹੋਂਦ ਵਿੱਚ ਆਈ ਸੀ। ਇਸ ਦਾ ਮੁੱਖ ਉਦੇਸ਼ ਲਘੂ ਅਤੇ ਮੱਧ ਉਦਯੋਗਾਂ ਨੂੰ ਲੰਬੇ ਸਮੇਂ ਦੇ ਕਰਜ਼ੇ ਪ੍ਰਦਾਨ ਕਰਨਾ ਹੈ। ਲਘੂ ਅਤੇ ਮੱਧ ਪੱਧਰ ਦੇ ਉਦਯੋਗ, ਧਿਆਨ ਰੱਖਿਓ, ਪਹਿਲਾਂ ਹੁਣ ਤੱਕ ਆਪਾਂ ਲਘੂ ਹੀ ਪੜ੍ਹਦੇ ਆ ਰਹੇ ਹਾਂ। ਸਿਰਫ ਇੱਕ ਸੰਸਥਾ ਸੀ ਜਿਹਨੇ ਵੱਡੇ ਪੱਧਰ ਦੇ ਉਦਯੋਗਾਂ ਨੂੰ ਦਿੱਤਾ, ਬਾਕੀ ਮੱਧ ਪੱਧਰ, ਇਹਦੇ ਚ ਮੱਧ ਅਤੇ ਲਘੂ ਪੱਧਰ ਦੋਨੋਂ। ਇਹ ਲੋਨ ਜ਼ਿਆਦਾਤਰ ਸਥਾਈ ਪੂੰਜੀ ਲਈ ਦਿੰਦੇ ਨੇ, ਜਿਵੇਂ ਜਗ੍ਹਾ ਲੈਣ ਲਈ, ਮਸ਼ੀਨਰੀ ਖਰੀਦਣ ਲਈ, ਬਿਲਡਿੰਗ ਬਣਾਉਣ ਲਈ। ਪੰਜਾਬ ਰਾਜ ਵਿੱਤ ਕਾਰਪੋਰੇਸ਼ਨ ਦਾ ਮੁੱਖ ਦਫ਼ਤਰ ਕਿੱਥੇ ਆ? ਚੰਡੀਗੜ੍ਹ। ਹੋਰ 9 ਜ਼ਿਲ੍ਹਾ ਦਫ਼ਤਰ ਕਿਹੜੇ ਨੇ? ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ, ਪਟਿਆਲਾ, ਮੋਹਾਲੀ, ਸੰਗਰੂਰ, ਜਲੰਧਰ, ਲੁਧਿਆਣਾ ਤੇ ਫਿਰੋਜ਼ਪੁਰ। ਠੀਕ ਹੈ, ਇਹਦੇ ਕੰਮ ਕੀ ਨੇ? ਔਰਤ ਵਰਕਰਾਂ ਨੂੰ ਅੱਗੇ ਵਧਣ ਦਾ, ਹਾਂਜੀ, ਮਤਲਬ ਔਰਤਾਂ ਆਪਣਾ ਕੋਈ ਕੱਪੜੇ ਦਾ ਕੰਮ ਚਲਾਉਣਾ ਚਾਹੁੰਦੀਆਂ ਨੇ, ਕੁਝ ਹੋਰ, ਉਹਨਾਂ ਨੂੰ ਵਧਣ ਲਈ ਲੋਨ ਪ੍ਰਦਾਨ ਕਰਨਾ। ਕੈਪੀਟਲ ਵਧਾਉਣ ਵਿੱਚ, ਮਤਲਬ ਆਪਣੀ ਪੂੰਜੀ ਵਧਾਉਣ ਵਿੱਚ, ਮਤਲਬ ਕੋਈ ਜਗ੍ਹਾ ਵਧਾਉਣੀ ਆ, ਕੋਈ ਵਪਾਰ ਨੂੰ ਵਧਾਉਣਾ, ਉਹਦੇ ਲਈ। ਸਵੈ ਰੁਜ਼ਗਾਰ ਲਈ ਨਾਗਰਿਕਾਂ ਨੂੰ ਪ੍ਰੇਰਿਤ ਕਰਦੀ ਹੈ ਲੋਕਾਂ ਨੂੰ ਵੱਧ ਤੋਂ ਵੱਧ ਸਵੈ ਰੁਜ਼ਗਾਰ ਕਰੋ, ਉੱਦਮਤਾ ਦਾ ਵਿਕਾਸ ਕਰੋ। ਇਹ ਸੰਸਥਾ ਜਗ੍ਹਾ ਖਰੀਦਣ ਲਈ, ਮਸ਼ੀਨਰੀ ਖਰੀਦਣ ਲਈ ਵੀ ਕਰਜ਼ੇ ਪ੍ਰਦਾਨ ਕਰਦੀ ਆ। ਹਰ ਪ੍ਰਕਾਰ ਦੀ ਵਿੱਤੀ ਮੁਸੀਬਤ ਦਾ ਹੱਲ ਕਰਦੀ ਹੈ ਉਦਯੋਗ ਨਾਲ ਸੰਬੰਧਿਤ। ਠੀਕ ਹੈ, ਜਿੱਥੇ ਸੰਭਵ ਹੋ ਸਕੇ। ਇਹ ਸੀਗੀ ਆਪਣੀ 8ਵੀਂ ਸੰਸਥਾ। ਦੇਖੋ ਹੁਣ ਆਪਾਂ ਨੇ 8 ਸੰਸਥਾਵਾਂ ਪੜ੍ਹੀਆਂ। ਇਹ 8 ਸੰਸਥਾਵਾਂ ਦਾ ਰੋਲ ਕੀ ਆ? ਵੱਧ ਤੋਂ ਵੱਧ ਮਦਦ ਕਰਨੀ। ਕਿਸ ਲਈ? ਉਦਯੋਗਿਕ ਵਿਕਾਸ ਲਈ। ਉਦਯੋਗਿਕ ਵਿਕਾਸ ਕਿਉਂ ਕਰਨਾ? ਕਿਉਂਕਿ ਦੇਸ਼ ਦਾ ਵਿਕਾਸ ਹੋਊਗਾ। ਇਹਦੇ ਨਾਲ ਹੀ ਅੱਜ ਦਾ ਆਪਣਾ ਟੌਪਿਕ ਖਤਮ। ਧਿਆਨ ਰੱਖਿਓ, ਇਹ ਤੀਜਾ ਪਾਠ ਆ ਜਿਹੜਾ ਇੱਕ ਵੀਡੀਓ ਦੇ ਵਿੱਚ ਹੀ ਪੂਰਾ ਹੋ ਗਿਆ। ਕਿਉਂ? ਕਿਉਂਕਿ ਇਹਦੇ ਚ ਯਾਦ ਕਰਨ ਵਾਲਾ ਮਟੀਰੀਅਲ ਜ਼ਿਆਦਾ ਸੀ, ਸਮਝਾਉਣ ਵਾਲਾ ਘੱਟ ਸੀ। ਠੀਕ ਹੈ, ਇਹਦਾ ਹੁਣ ਆਪਾਂ ਅਗਲੀ ਵੀਡੀਓ ਜਿਹਦੇ ਵਿੱਚ ਇਹਦੇ ਪ੍ਰਸ਼ਨ ਉੱਤਰ ਸੋਲਵ ਕੀਤੇ ਜਾਣਗੇ ਉਹ ਲੈ ਕੇ ਆਵਾਂਗੇ ਜਲਦੀ। ਪਹਿਲਾਂ ਤੁਸੀਂ ਇਹ ਵੀਡੀਓ ਨੂੰ ਧਿਆਨ ਨਾਲ ਸਮਝੋ, ਨੋਟਸ ਬਣਾਓ, ਇਹ ਜ਼ਰੂਰੀ ਆ ਬੇਟਾ, ਜ਼ਰੂਰੀ ਆ। ਠੀਕ ਹੈ, +2 ਦੇ ਵਿੱਚ ਆਪਣੀ +2 ਕਲਾਸ ਆ। ਦੇਖੋ ਬੜੀ ਧਿਆਨ ਨਾਲ ਮਿਹਨਤ ਕਰਨ ਦੀ ਲੋੜ ਆ। ਲੋਕਡਾਊਨ ਦਾ ਸਮਾਂ ਚੱਲ ਰਿਹਾ, ਆਪਾਂ ਘਰੇ ਵੀ ਵੱਧ ਤੋਂ ਵੱਧ ਮਿਹਨਤ ਕਰ ਸਕਦੇ ਹਾਂ ਨਾ। ਫ੍ਰੀ ਬੈਠੇ ਵੀ ਕੀ ਕਰਾਂਗੇ? ਬਾਅਦ ਦੇ ਵਿੱਚ ਆਪਾਂ ਔਖੇ ਹੋਵਾਂਗੇ ਜਦੋਂ ਪੇਪਰ ਨੇੜੇ ਆ ਗਏ। ਨਾਲੋਂ ਨਾਲ ਪੜ੍ਹੋ। ਠੀਕ ਹੈ, ਇਸੇ ਨਾਲ ਹੀ ਮੇਰਾ ਅੱਜ ਦਾ ਟੌਪਿਕ ਖਤਮ ਹੁੰਦਾ। ਤੇ ਬਾਕੀ ਤੁਹਾਨੂੰ ਪਤਾ ਹੀ ਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇਹ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਾਇਦਾ ਸੁਣ ਲਓ, ਤੁਹਾਨੂੰ ਸਿਰਫ ਵਿੱਦਿਆ ਨਾਲ, ਸਿੱਖਿਆ ਨਾਲ, ਕਰੀਅਰ ਨਾਲ ਸੰਬੰਧਿਤ ਵੀਡੀਓਜ਼ ਹੀ ਆਉਣਗੀਆਂ ਤੇ ਨਾਲ ਨਾਲ ਜਿਹੜੀਆਂ ਕੰਮ ਦੀਆਂ ਨੇ ਤੁਹਾਡੇ ਉਹ ਵੀਡੀਓਜ਼ ਆਉਣਗੀਆਂ। ਮਤਲਬ ਯੂਜ਼ਲੈਸ ਵੀਡੀਓ ਨਹੀਂ ਆਉਣਗੀਆਂ, ਤੁਹਾਨੂੰ ਤੰਗ ਨਹੀਂ ਕੀਤਾ ਜਾਊਗਾ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।